ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰਮੁਖ ਮੁਕਤਾ ਗੁਰਮੁਖ ਜੁਗਤਾ, ਗੁਰਮੁਖ ਗਿਆਨੀ ਗੁਰਮੁਖ ਬਖਤਾ, ਧਨ ਗਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਓ। ਧਨ ਗਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਓ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਛਤਰ ਚਬਰ ਤਖਤ ਦੇ ਮਾਲਕ ਆਪ ਨਾਰਾਇਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਉਥਾਨਕਾਂ ਮੁਤਾਬਕ ਦੱਸਦੇ ਹਨ ਕਿ ਜਦੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਸਮੇਂ-ਸਮੇਂ 'ਤੇ ਉਹਨਾਂ ਨੇ ਬਾਣੀ ਰਚਣੀ ਸ਼ੁਰੂ ਕੀਤੀ ਔਰ ਇਹਨਾਂ ਦਿਨਾਂ ਦੇ ਵਿੱਚ ਹੀ ਕੰਨ ਪਾਟੇ ਜੋਗੀ ਸਿੱਧ ਗੁਰੂਆਂ ਦੀ ਪਰਖ ਕਰਕੇ ਕਰਨ ਵਾਸਤੇ ਕਦੇ-ਕਦੇ ਆ ਜਾਂਦੇ। ਅਤੇ ਅੱਜ ਉਹ ਦੇਖਣ ਆਏ ਨਾ ਵੀ ਜਿਸ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੱਦੀ ਦਿੱਤੀ ਆਪਣੇ ਪੁੱਤਰ ਗੁਰੂ ਅਰਜਨ ਦੇਵ ਨੂੰ, ਕਿ ਉਹਨਾਂ ਵਿੱਚ ਵੀ ਉਹ ਪਾਵਰ ਹੈ ਜਾਂ ਨਹੀਂ। ਜਿਹੜਾ ਗਿਆਨ, ਜਿਹੜਾ ਬ੍ਰਹਮ ਗਿਆਨ ਪਹਿਲੇ ਚਾਰ ਗੁਰੂਆਂ 'ਚ ਵੇਖਿਆ ਅਸੀਂ ਕਿ ਪੰਜਵੇਂ ਵਿੱਚ ਵੀ ਹੈ। ਇਸ ਤਰ੍ਹਾਂ ਉਹਨਾਂ ਗੋਰਖਨਾਥ ਦੇ ਚੇਲਿਆਂ ਨੇ, ਸਿੱਧਾਂ ਜੋਗੀਆਂ ਨੇ, ਕੰਨ ਪਾਟਿਆਂ ਨੇ ਆ ਕਰਕੇ ਸਤਿਗੁਰਾਂ ਨੂੰ ਪ੍ਰਸ਼ਨ ਕਰਨੇ ਸ਼ੁਰੂ ਕੀਤੇ ਅਤੇ 24 ਪ੍ਰਸ਼ਨ ਸਤਿਗੁਰਾਂ ਨੂੰ ਕੀਤੇ, 24 ਸਵਾਲ ਕੀਤੇ, ਜਿਨ੍ਹਾਂ ਵਿੱਚ ਬਖਸ਼ਿਸ਼ ਕਰਕੇ ਉਹ ਪੁੱਛਦੇ ਹਨ ਸਾਨੂੰ ਇਹ ਦੱਸਣਾ ਕਰੋ, ਮਾਝ ਮਹੱਲਾ ਪੰਜਵਾ, ਕੌਣ ਸੋ ਮੁਕਤਾ ਕੌਣ ਸੋ ਜੁਗਤਾ, ਕੌਣ ਸੋ ਗਿਆਨੀ ਕੌਣ ਸੋ ਬਖਤਾ। ਇਹ ਚੌਥੇ ਪਦੇ ਤੱਕ ਕੱਲ੍ਹ ਆਪਾਂ ਸਰਵਣ ਕੀਤੇ ਸਾਰੇ ਸਵਾਲ। ਹੁਣ ਅੱਜ ਦੀ ਪਵਿੱਤਰ ਬਾਣੀ ਦੇ ਵਿਚਾਰ ਮੁਤਾਬਕ ਆਪਾਂ ਇਹਨਾਂ ਸਵਾਲਾਂ ਦੇ ਜਵਾਬ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਸਰਵਣ ਕਰਦੇ ਹਾਂ। ਕੱਲ੍ਹ ਆਪਾਂ ਚੌਥੇ ਪਦੇ ਤੱਕ ਸਰਵਣ ਕੀਤਾ ਸੀ, ਇੱਕ ਵਾਰੀ ਫਿਰ ਰਿਪੀਟ ਕਰ ਲੈਂਦੇ ਹਾਂ, ਫਿਰ ਆਪਾਂ ਅੱਗੇ ਚੱਲਾਂਗੇ ਸਵਾਲਾਂ ਦੇ ਜਵਾਬ। ਮਾਝ ਮਹੱਲਾ ਪੰਜਵਾ, ਕੌਣ ਸੋ ਮੁਕਤਾ ਕੌਣ ਸੋ ਜੁਗਤਾ, ਕੌਣ ਸੋ ਗਿਆਨੀ ਕੌਣ ਸੋ ਬਖਤਾ, ਕੌਣ ਸੋ ਗਿਰਹੀ ਕੌਣ ਉਦਾਸੀ, ਕੌਣ ਸੋ ਕੀਮਤ ਪਾਏ ਜੀਓ। ਕਿਨ ਬਿਦ ਬਾਧਾ ਕਿਨ ਬਿਦ ਛੂਟਾ, ਕਿਨ ਬਿਦ ਆਵਣ ਜਾਵਣ ਟੂਟਾ, ਕੌਣ ਕਰਮ ਕੌਣ ਨਿਹ ਕਰਮਾ, ਕੌਣ ਸੋ ਕਹੈ ਕਹਾਏ ਜੀਓ। ਕੌਣ ਸੋ ਸੁਖੀਆ ਕੌਣ ਸੋ ਦੁਖੀਆ, ਕੌਣ ਸੋ ਸਨਮੁਖ ਕੌਣ ਬੇਮੁਖੀਆ, ਕੌਣ ਸੋ ਕਹੈ ਕਹਾਏ ਜੀਓ। ਕੌਣ ਸੋ ਸੁਖੀਆ ਕੌਣ ਸੋ ਦੁਖੀਆ, ਕੌਣ ਸੋ ਸਨਮੁਖ ਕੌਣ ਬੇਮੁਖੀਆ। ਕਿਨ ਬਿਦ ਮਿਲੀਐ ਕਿਨ ਬਿਦ ਵਿਛਰੈ, ਇਹ ਬਿਦ ਕੌਣ ਪ੍ਰਗਟਾਏ ਜੀਓ। ਕੌਣ ਸੋ ਅੱਖਰ ਜੇ ਧਾਵਤ ਰਹਿਤਾ,
ਕੌਣ ਸੋ ਅੱਖਰ ਜੇ ਧਾਵਤ ਰਹਿਤਾ, ਕੌਣ ਉਪਦੇਸ਼ ਜਿਤ ਦੁਖ ਸੁਖ ਸਮ ਸਹਿਤਾ, ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਵਿਦ ਕੀਰਤਨ ਗਾਏ ਜੀਉ। ਇਹ 24 ਪ੍ਰਸ਼ਨ ਸਿੱਧਾਂ ਜੋਗੀਆਂ ਨੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੀ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕੀਤੇ ਗਏ ਸਿੱਧਾਂ ਵੱਲੋਂ, ਤੇ ਸਤਿਗੁਰਾਂ ਦਾ ਫਿਰ ਇੱਕੋ ਹੀ ਜਵਾਬ ਹੈ, ਗੁਰਮੁਖ। ਇੱਕ ਆਮ ਕਹਾਵਤ ਹੈ, ਮੂਰਖਾਂ ਆਪੋ ਆਪਣੀ, ਗਿਆਨੀਆਂ ਇੱਕੋ ਮਤ। ਜਿਹੜੇ ਬ੍ਰਹਮ ਗਿਆਨੀ ਨਾਮ ਜਪਣ ਵਾਲੀਆਂ ਰੂਹਾਂ, ਉਹਨਾਂ ਦੀ ਮਤ ਇੱਕ ਹੁੰਦੀ ਹੈ। ਉਹਨਾਂ ਸਾਰਿਆਂ ਦੀ ਸੋਚ ਇੱਕ ਪੁਆਇੰਟ 'ਤੇ ਜੁੜੀ ਹੁੰਦੀ ਹੈ, ਅਤੇ ਉਹਨਾਂ ਦੀ ਸਲਾਹ ਮਸ਼ਵਰਾ ਵੀ ਇੱਕ ਹੁੰਦਾ। ਪਰ ਜਿਹੜੇ ਮਨਮਤੀਏ ਮਨਮੁਖ ਹੁੰਦੇ ਆ, ਉਹਨਾਂ ਦੀਆਂ ਅਲੱਗ-ਅਲੱਗ ਸੋਚਾਂ, ਅਲੱਗ-ਅਲੱਗ ਸਲਾਹਾਂ ਹੁੰਦੀਆਂ। ਤੇ ਇਹਨਾਂ ਨੇ 24 ਪ੍ਰਸ਼ਨ ਕੀਤੇ, ਤੇ 24 ਪ੍ਰਸ਼ਨਾਂ ਦਾ ਇੱਕੋ ਜਵਾਬ ਸਤਿਗੁਰ ਨੇ ਦੇ ਦਿੱਤਾ, ਗੁਰਮੁਖ। ਆਓ ਸੁਣੀਏ ਕੀ ਕਹਿੰਦੇ ਆ ਪੰਜਵੇਂ ਪਦੇ ਵਿੱਚ ਪਾਤਸ਼ਾਹ। ਗੁਰਮੁਖ ਮੁਕਤਾ, ਪਾਤਸ਼ਾਹ ਕਹਿੰਦੇ ਗੁਰਮੁਖ ਹੀ ਮੁਕਤ ਹੈ। ਭਾਵ ਜਿਹੜੇ ਸਾਨੂੰ ਬੰਧਨ ਪਏ ਹਨ ਵਿਸ਼ੇ ਵਿਕਾਰਾਂ ਦੇ, ਮੋਹ ਮਮਤਾ ਦੇ, ਇਹਨਾਂ ਸੰਸਾਰੀ ਬੰਧਨਾਂ ਤੋਂ ਮੁਕਤ ਹੋਣ ਵਾਸਤੇ ਸਾਨੂੰ ਗੁਰੂ ਦੀ ਲੋੜ ਹੈ। ਅਤੇ ਜਦੋਂ ਕੋਈ ਗੁਰੂ ਦੇ ਲੜ ਲੱਗ ਜਾਂਦਾ ਹੈ, ਗੁਰੂ ਦੇ ਮੁਤਾਬਕ ਚੱਲਦਾ ਹੈ, ਜਿਵੇਂ ਗੁਰੂ ਮੁੱਖ 'ਚੋਂ ਕਹਿੰਦਾ ਉਹਦੇ ਮੁਤਾਬਕ ਚੱਲਦਾ, ਉਹਨੂੰ ਗੁਰਮੁਖ ਕਹਿੰਦੇ ਆ। ਗੁਰਮੁਖ ਸ਼ਬਦ ਤਿੰਨਾਂ ਥਾਵਾਂ 'ਤੇ ਵਰਤਿਆ ਬਾਣੀ ਵਿੱਚ ਸਤਿਗੁਰਾਂ ਨੇ। ਗੁਰਮੁਖ ਪਰਮੇਸ਼ਰ ਵਾਸਤੇ ਵੀ ਵਰਤਿਆ, ਗੁਰਮੁਖ ਸ਼ਬਦ ਗੁਰੂ ਵਾਸਤੇ ਵੀ ਵਰਤਿਆ, ਅਤੇ ਗੁਰਮੁਖ ਸ਼ਬਦ ਸਿੱਖ ਵਾਸਤੇ ਵੀ ਵਰਤਿਆ। ਔਰ ਗੁਰਮੁਖ ਸ਼ਬਦ ਸ਼ਬਦ ਵਾਸਤੇ ਵੀ ਵਰਤਿਆ। ਗੁਰੂ ਦੇ ਮੁਖ 'ਚੋਂ ਨਿਕਲੀ ਬਾਣੀ, ਇਹ ਗੁਰਮੁਖ ਹੈ। ਇਸ ਤਰ੍ਹਾਂ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਫਿਰ ਸਾਰੇ ਸ਼ਬਦਾਂ ਦਾ ਇੱਕੋ ਜਵਾਬ ਦਿੰਦੇ ਹਨ, ਗੁਰਮੁਖ ਅਤੇ ਮਨਮੁਖ। ਇਹਨਾਂ ਦੋ ਸ਼ਬਦਾਂ ਦੇ ਨਾਲ ਹੀ ਸਾਰੇ ਸ਼ਬਦਾਂ ਦਾ ਸਵਾਲਾਂ ਦਾ ਜਵਾਬ ਦੇ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਬਣ ਕੇ ਹੀ ਅਸੀਂ ਬੰਧਨਾਂ ਤੋਂ ਮੁਕਤ ਹੋ ਸਕਦੇ ਹਾਂ, ਤਾਂ ਤੇ ਗੁਰਮੁਖ ਹੀ ਮੁਕਤ ਹੈ। ਜਿਹੜਾ ਗੁਰਮਤਿ ਅਨੁਸਾਰ ਚੱਲੇਗਾ ਉਹ ਹੀ ਵਿਸ਼ੇ ਵਿਕਾਰਾਂ ਤੋਂ, ਸੰਸਾਰੀ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਨ ਵਾਲਾ ਹੈ। ਬਲਕਿ ਕੇਵਲ ਮੁਕਤੀ, ਜੀਵਨ ਮੁਕਤੀ, ਉਹ ਜਿਉਂਦਾ ਹੀ ਮੁਕਤ ਹੈ। ਜਿਵੇਂ ਭਗਤ ਨਾਮਦੇਵ ਜੀ ਕਹਿੰਦੇ, ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨ ਜਾਣੇ ਕੋਇਲਾ, ਇਹ ਪੰਡੀਆਂ ਮੋਕੋ ਢੇਡ ਕਹਿਤਾ, ਤੇਰੀ ਪੈਜ ਪਛਾਉਂਦੀ ਹੋਇਲਾ। ਕਿਰਪਾ ਕਰਕੇ ਤੂੰ ਅੱਜ ਹੀ ਤਜਰਬਾ ਦਿਖਾ, ਤੇ ਪਰਮੇਸ਼ਰ ਨੇ ਫਿਰ ਉੱਥੇ ਵਿਖਾ ਦਿੱਤਾ। ਇਸ ਕਰਕੇ ਗੁਰੂਮੁਖ, ਗੁਰੂ ਹੀ ਸਾਨੂੰ ਆਪਣੇ ਮੁਖ 'ਚੋਂ ਪਵਿੱਤਰ ਗਿਆਨ ਦੇ ਕੇ ਸਾਨੂੰ ਮੁਕਤ ਕਰਦਾ। ਤਾਂ ਤੇ ਗੁਰਮੁਖ ਮੁਕਤਾ, ਗੁਰਮੁਖ ਹੀ ਮੁਕਤ ਹੈ। ਗੁਰਮੁਖ ਮੁਕਤਾ, ਗੁਰਮੁਖ ਜੁਗਤਾ। ਜੁਗਤਾ, ਇਹ ਜੁਗਤ ਵੀ ਗੁਰਮੁਖ ਦੱਸਦਾ। ਇੱਥੇ ਗੁਰਮੁਖ ਤੋਂ ਭਾਵ ਗੁਰੂ, ਗੁਰੂ ਜੁਗਤੀ ਦੱਸਦਾ ਹੈ ਅਤੇ ਸਿੱਖ ਨੂੰ ਮੁਕਤ ਕਰਦਾ ਹੈ। ਜਿਸ ਤਰ੍ਹਾਂ ਤੀਜੇ ਪਾਤਸ਼ਾਹ ਜੀ ਦਾ ਬਚਨ ਹੈ, ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰਥ ਹੈ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮੇ ਆਵੈ, ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਗੁਰੂ ਜੁਗਤੀ ਦੱਸਦਾ ਹੈ, ਅਤੇ ਗੁਰੂ ਦੀ ਜੁਗਤੀ ਦੇ ਨਾਲ ਜੀਵ ਮੁਕਤ ਹੋ ਜਾਂਦਾ ਹੈ। ਇਸ ਕਰਕੇ ਗੁਰਮੁਖ ਮੁਕਤਾ, ਗੁਰਮੁਖ ਜੁਗਤਾ। ਇੱਕ ਛੋਟੀ ਜਿਹੀ ਕਹਾਣੀ ਇਸ ਵਿਸ਼ੇ 'ਤੇ ਆਪਾਂ ਸਰਵਣ ਕਰੀਏ। ਕਹਿੰਦੇ ਕਿਸੇ ਮਨੁੱਖ ਨੇ ਆਪਣੇ ਘਰ ਵਿੱਚ ਤੋਤਾ ਪਾਲਿਆ ਹੋਇਆ, ਪਿੰਜਰੇ 'ਚ ਬੰਦ ਕੀਤਾ, ਅਤੇ ਰੋਜ਼ਾਨਾ ਉਹਦੇ ਕੋਲ ਬੈਠ ਕੇ ਉਸ ਨੂੰ ਚੂਰੀ ਖਵਾਉਂਦਾ, ਅਤੇ ਨਾਲੇ ਕਹਿੰਦਾ ਗੰਗਾ ਰਾਮ ਕਹੋ ਰਾਮ ਰਾਮ। ਕਹਾਣੀ ਮਨੁੱਖ ਦੀ ਹੈ, ਵੈਸੇ ਤੋਤੇ ਦੀ ਕਹਾਣੀ ਬਣਾ ਕੇ ਸੁਣਾਈ ਆ। ਕਹਿੰਦੇ ਉਹ ਰੋਜ਼ ਇਹ ਗਾਉਂਦਾ, ਪਰ ਪਿੰਜਰੇ ਵਿੱਚ ਬੰਧਨ ਵਿੱਚ ਹੈ, ਮੁਕਤ ਨਹੀਂ ਹੋਇਆ। ਇੱਕ ਦਿਨ ਕਿਤੇ ਸੇਠ ਘਰ ਨਹੀਂ ਸੀ, ਅਤੇ ਉਹਦੇ ਕੋਲ ਦੂਸਰੇ ਤੋਤੇ ਆ ਗਏ। ਕੋਈ ਸਿਆਣਾ ਬਜ਼ੁਰਗ ਤੋਤਾ ਉਸ ਦੇ ਕੋਲ ਬੈਠਾ ਹੈ, ਅਤੇ ਉਹ ਕਹਿਣ ਲੱਗਿਆ
ਵੀ ਯਾਰ ਸਾਰੇ ਕਹਿੰਦੇ ਆ ਰਾਮ ਦੇ ਨਾਮ ਨਾਲ ਮੁਕਤੀ ਹੁੰਦੀ ਹੈ, ਅਤੇ ਮੇਰੀ ਮੁਕਤੀ ਕਿਵੇਂ ਹੋਵੇਗੀ? ਕਹਿਣ ਲੱਗਿਆ ਮੈਂ ਇੱਕ ਜੁਗਤੀ ਦੱਸ ਦਿੰਦਾ। ਜਦੋਂ ਤੜਕੇ ਉਹ ਸੇਠ ਤੇਰੇ ਕੋਲ ਆਇਆ ਨਾ, ਅਤੇ ਤੂੰ ਸਾਹ ਰੋਕ ਕੇ ਲੰਮਾ ਪੈ ਜੀ, ਪਿੰਜਰੇ 'ਚ ਡਿੱਗ ਪਈ ਮਰਿਆਂ ਵਾਂਗੂ, ਜਿਉਂਦੇ ਮਰਨਾ, ਜਿਉਂਦਾ ਹੀ ਮਰ ਜੀ। ਕਹਿੰਦੇ ਫੇਰ ਕਹਿੰਦੇ ਅਗਲਾ ਕੰਮ ਆਪੇ ਹੀ ਹੋ ਜਾਊਗਾ। ਕਹਿੰਦੇ ਇੱਦਾਂ ਹੀ ਹੋਇਆ। ਅਤੇ ਜਦੋਂ ਤੜਕੇ ਉਹ ਸੇਠ ਫਿਰ ਕਿਤੇ ਉਹਦੇ ਕੋਲ ਰੋਟੀ ਪਾਣੀ ਲੈ ਕੇ ਆਇਆ, ਬਾਰੀ ਖੋਲ੍ਹੀ, ਕਹਿੰਦਾ ਗੰਗਾ ਰਾਮ ਕਹੋ ਰਾਮ ਰਾਮ, ਅਤੇ ਉਹ ਤਾਂ ਲੰਮਾ ਪਿਆ ਜਿਵੇਂ ਮਰ ਗਿਆ ਹੁੰਦਾ ਹੈ। ਅਤੇ ਸੇਠ ਨੇ ਕਹਿੰਦੇ ਹੱਥ ਵਿੱਚ ਫੜਿਆ, ਉਲਟਾ ਪੁਲਟਾ ਕੇ ਦੇਖਿਆ, ਧੌਣ ਲਮਕੀ ਹੋਈ ਆ, ਸਾਹ ਨਹੀਂ ਲੈਂਦਾ। ਉਹਨੇ ਸੋਚਿਆ ਵੀ ਇਹ ਤਾਂ ਮਰ ਗਿਆ, ਹੁਣ ਮਰੇ ਹੋਏ ਦਾ ਕੀ ਕਰਨਾ? ਉਸ ਨੇ ਇੱਦਾਂ ਪਰੇ ਚਲਾ ਕੇ ਮਾਰਿਆ, ਅਤੇ ਚੱਲਦਿਆਂ ਹੀ ਉਹ ਉੱਡ ਗਿਆ, ਅਤੇ ਉੱਡ ਕੇ ਟਾਹਣੀ 'ਤੇ ਬਹਿ ਗਿਆ। ਸੇਠ ਨੇ ਕਿਹਾ ਰਾਮ ਨਾਮ ਸੱਤ ਹੈ। ਜਦੋਂ ਕੋਈ ਮਰਗ ਦੇ ਵਿੱਚ ਜਾਂਦੇ ਆ ਤਾਂ ਹਿੰਦੂ ਮੱਤ ਵਾਲੇ ਮਗਰ ਚੱਲਦੇ ਹੋਏ ਬੋਲਦੇ ਆ ਰਾਮ ਨਾਮ ਸੱਤ ਹੈ, ਬਾਕੀ ਸਭ ਝੂਠ ਹੈ, ਕੇਵਲ ਰਾਮ ਦਾ ਨਾਮ ਹੀ ਸਦਾ ਰਹਿਣ ਵਾਲਾ ਹੈ। ਜਦੋਂ ਇਹਨੇ ਸਿੱਟਦੇ ਹੋਏ ਕਿਹਾ ਰਾਮ ਨਾਮ ਸੱਤ ਹੈ, ਤਾਂ ਉੱਡ ਕੇ ਟਾਹਣੀ 'ਤੇ ਬਹਿ ਗਿਆ। ਕਹਿੰਦਾ ਰਾਮ ਨਾਮ ਤਾਂ ਸੱਤ ਹੈ, ਪਰ ਕੁੰਜੀ ਸੰਤਾਂ ਦੇ ਹੱਥ ਹੈ, ਕਹੋ ਸਤਨਾਮ ਸੀ। ਜੁਗਤੀ ਤਾਂ ਫਿਰ ਗੁਰੂ ਦੇ ਪਿਆਰੇ ਹੀ ਬਤਾਉਂਦੇ ਆ, ਗੁਰੂ ਹੀ ਦੱਸਦੇ ਆ। ਕੌਣ ਸੋ ਮੁਕਤਾ ਕੌਣ ਸੋ ਜੁਗਤਾ, ਉਸ ਪਰਮੇਸ਼ਰ ਨਾਲ ਮਿਲਣ ਦਾ ਢੰਗ ਕੌਣ ਦੱਸਦੇ ਆ, ਮੁਕਤ ਕੌਣ ਕਰਦੇ ਆ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਉਸੇ ਸੇਠ ਦੀ ਇੱਕ ਹੋਰ ਵੀ ਕਹਾਣੀ ਹੈ। ਅਤੇ ਕਹਿਣ ਲੱਗੇ ਉਹ ਮਨੁੱਖ ਜਿਹਨੇ ਤੋਤਾ ਪਾ ਲਿਆ, ਉਹ ਮਨੁੱਖ ਕਿਤੇ ਕਿਸੇ ਮਹਾਂਪੁਰਸ਼ ਕੋਲੇ ਜਾਂਦਾ ਸੀ, ਅਤੇ ਉਹ ਜਾਂਦੇ ਹੋਏ ਨੂੰ ਕਹਿਣ ਲੱਗਿਆ ਯਾਰ ਤੂੰ ਰੋਜ਼ ਜਾਂਦਾ ਮਹਾਂਪੁਰਸ਼ਾਂ ਕੋਲੇ, ਅਤੇ ਪੁੱਛ ਕੇ ਆਈ ਵੀ ਮੇਰੀ ਮੁਕਤੀ ਕਿਵੇਂ ਹੋਊਗੀ? ਉਹ ਕਹਿਣ ਲੱਗਿਆ ਠੀਕ ਆ। ਉਹਨੇ ਜਾ ਕੇ ਦੱਸਿਆ ਮਹਾਂਪੁਰਸ਼ੋ ਸਾਡੇ ਘਰ ਇੱਕ ਤੋਤਾ ਰੱਖਿਆ, ਬੋਲਦਾ ਗੱਲਾਂ ਵੀ ਕਰਦਾ ਹੈ। ਅੱਜ ਉਹ ਮੈਨੂੰ ਆਉਂਦੇ ਹੋਏ ਨੂੰ ਕਹਿਣ ਲੱਗੇ ਆ ਮੇਰੇ ਬਾਰੇ ਪੁੱਛ ਕੇ ਆਈ ਵੀ ਮੇਰੀ ਮੁਕਤੀ ਕਿਵੇਂ ਹੋਊਗੀ, ਅਤੇ ਤੁਸੀਂ ਦੱਸੋ ਉਹਦੇ ਬਾਰੇ ਵੀ। ਕਹਿੰਦੇ ਇੱਕਦਮ ਸਾਧ ਦੀਆਂ ਅੱਖਾਂ ਫਿਰ ਗਈਆਂ, ਘੁੰਮ ਗਈਆਂ, ਹੱਥ ਪੈਰ ਢਿੱਲੇ ਜਿਹੇ ਪੈ ਗਏ ਅਤੇ ਡਿੱਗ ਪਿਆ। ਉਹ ਸੇਵਕਾਂ ਨੇ ਤਲੀਆਂ ਤੁਲੀਆਂ ਮਲੀਆਂ, ਮਹਾਂਪੁਰਸ਼ ਸਿੱਧੇ ਬਹਿ ਗਏ। ਇਹ ਜੁਗਤੀ ਸੀ ਅਸਲ ਵਿੱਚ ਸੇਠ ਦੇ ਰਾਹੀਂ ਤੋਤੇ ਕੋਲੇ ਪਹੁੰਚਾਉਣ ਦੀ। ਉੱਠ ਕੇ ਬੈਠ ਗਏ। ਸੇਠ ਕਹਿੰਦਾ ਮੈਂ ਕਿਹੋ ਜਿਹੀ ਗੱਲ ਪੁੱਛ ਬੈਠਾ, ਸਾਧੂ ਹੀ ਮਰ ਗਿਆ ਸੀਗਾ। ਉਹਨੇ ਦੁਬਾਰੇ ਨਾ ਪੁੱਛਿਆ, ਘਰੇ ਆਇਆ, ਉਹ ਤੋਤਾ ਪੁੱਛਦਾ ਭਾਈ ਸਾਹਿਬ ਮੇਰੀ ਗੱਲ ਕੀਤੀ ਸੀ ਕਿ ਨਹੀਂ? ਕਹਿੰਦਾ ਕੀਤੀ ਸੀ ਯਾਰ, ਕਾਹਲੀ ਕੀਤੀ? ਤੈਨੂੰ ਜਿਵੇਂ ਮੈਂ ਗੱਲ ਕੀਤੀ ਅਤੇ ਉਹ ਤਾਂ ਮਰ ਹੀ ਗਏ, ਬੇਹੋਸ਼ ਹੋ ਗਏ, ਡਿੱਗ ਪਏ। ਉਹ ਤੋਤੇ ਨੇ ਸੋਚਿਆ ਵੀ ਇਹੀ ਤਾਂ ਮੇਰੀ ਕਹਾਣੀ ਹੈ, ਇਹੀ ਤਾਂ ਮੈਂ ਪੁੱਛਿਆ ਸੀਗਾ। ਅਤੇ ਦੂਸਰੇ ਦਿਨ ਜਦੋਂ ਕਹਿੰਦੇ ਉਸਨੇ ਜਾ ਕੇ ਉਹ ਗੱਲ ਸੁਣਾਈ ਤੋਤੇ ਨੂੰ, ਇਹ ਗੱਲ ਸੁਣਦਿਆਂ ਹੀ ਤੋਤਾ ਵੀ ਮਰ ਗਿਆ, ਭਾਵ ਡਿੱਗ ਪਿਆ ਉਸੇ ਤਰ੍ਹਾਂ ਸਾਹ ਰੋਕ ਕੇ। ਇਹਨੇ ਸੋਚਿਆ ਵੀ ਉੱਥੇ ਸਾਧ ਮਰ ਜਾਣਾ ਸੀ, ਇੱਥੇ ਤੋਤੇ ਨੂੰ ਗਲਤ ਸੀ, ਤੋਤਾ ਮਰ ਜਾਣਾ ਸੀ, ਇਹ ਕੀ ਗੱਲ ਬਣਿਆ? ਤੋਤਾ ਮਰ ਗਿਆ। ਅਤੇ ਫੜ ਕੇ ਉਸਨੇ ਤੋਤੇ ਨੂੰ ਬਾਹਰ ਕੱਢਿਆ, ਉਲਟਾਇਆ ਪਲਟਾਇਆ, ਨਾ ਹੱਲਿਆ। ਉਹਨੇ ਚਲਾ ਕੇ ਮਾਰਿਆ, ਅਤੇ ਉਹ ਉੱਡ ਗਿਆ। ਅਤੇ ਉੱਡ ਕੇ ਟਾਹਣੀ 'ਤੇ ਬੈਠ ਕੇ ਦਰੱਖਤ 'ਤੇ ਬਹਿ ਕੇ ਕਹਿਣ ਲੱਗਿਆ ਰਾਮ ਨਾਮ ਸੱਤ ਹੈ, ਕੁੰਜੀ ਸੰਤਾਂ ਦੇ ਹੱਥ ਹੈ, ਭਾਵ ਗੁਰਮੁਖ ਮੁਕਤਾ ਗੁਰਮੁਖ ਜੁਗਤਾ, ਗੁਰੂ ਹੀ ਮੁਕਤੀ ਦੀ ਜੁਗਤੀ ਦੱਸਦੇ ਆ। ਭਾਈ ਮਹਾਂ ਸਿੰਘ ਹੋਰੇ ਬੰਧਨ 'ਚ ਪੈ ਗਏ ਸੀ, ਅੱਗੇ ਉਹ ਸਮੇਂ ਆਉਣਗੇ ਮੁਕਤਸਰ ਦੇ ਜੰਗ ਦੇ, ਤਾਂ ਭਾਈ ਮਹਾਂ ਸਿੰਘ ਹੋਰੇ ਵੀ ਬੰਧਨ ਵਿੱਚ ਪੈ ਗਏ ਸੀ ਬੇਦਾਵਾ ਲਿਖ ਕੇ, ਅਤੇ ਉਦੋਂ ਵੀ ਸਤਿਗੁਰਾਂ ਨੇ ਮੁਕਤ ਕੀਤਾ। ਗੁਰਮੁਖ ਮੁਕਤਾ ਗੁਰਮੁਖ ਜੁਗਤਾ, ਗੁਰਮੁਖ ਗਿਆਨੀ ਗੁਰਮੁਖ ਬਖਤਾ। ਗੁਰਮੁਖ ਨੂੰ ਹੀ ਗਿਆਨ ਪ੍ਰਾਪਤ ਹੁੰਦਾ ਹੈ ਗੁਰੂ ਦੇ ਕੋਲੋਂ, ਅਤੇ ਇਸ ਗਿਆਨ ਨੂੰ ਅੱਗੇ ਦੁਨੀਆ ਦੇ ਵਿੱਚ ਪੇਸ਼ ਕਰਨ ਵਾਸਤੇ ਸਾਨੂੰ ਲੋੜ ਹੈ ਗੁਰੂ ਦੀ। ਗੁਰਮੁਖ ਮੁਕਤਾ ਗੁਰਮੁਖ ਜੁਗਤਾ, ਗੁਰਮੁਖ ਗਿਆਨੀ ਗੁਰਮੁਖ ਬਖਤਾ। ਗੁਰਮੁਖ ਹੀ ਸ੍ਰੇਸ਼ਟ ਸਰੂਪ ਦਾ ਗਿਆਨੀ ਹੈ, ਭਾਵ ਗੁਰੂ ਦੇ ਕੋਲੋਂ ਹੀ ਸਾਨੂੰ ਨਿਜ ਸਰੂਪ ਦਾ ਗਿਆਨ ਹੋਵੇਗਾ। ਅੱਜ ਮੈਂ ਇੱਕ ਸ਼ਬਦ ਸੁਣ ਰਿਹਾ ਸੀਗਾ, ਪ੍ਰਭਾਤ
ਪ੍ਰਭਾਤ ਫੇਰੀ ਵਾਲੇ ਗਾ ਰਹੇ ਸੀ, ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ। ਹੁਣ ਬਾਣੀ ਵਿੱਚ ਇਹ ਬੰਗਤੀ ਜਿਹੜੀ ਹੈ ਕਿਹਨੂੰ ਕਹੀ ਗਈ ਹੈ? ਇਹ ਮਨੁੱਖ ਨੂੰ ਕਹੀ ਗਈ ਆ ਕਿ ਪਰਮੇਸ਼ਰ ਇੱਕ ਪਾਸੇ ਕਮਲ ਦਾ ਫੁੱਲ ਹੈ ਤੇ ਦੂਜੇ ਪਾਸੇ ਮਨੁੱਖ ਬਣ ਕੇ ਭੌਰਾ ਵੀ ਉਹੀ ਆ। ਜਿਸ ਤਰ੍ਹਾਂ ਭੌਰਾ ਕਮਲ ਦੇ ਫੁੱਲ 'ਤੇ ਜਾਂਦਾ ਹੈ, ਕਮਲ ਦੀ ਖੁਸ਼ਬੂ ਲੈਂਦਾ ਹੈ, ਤੇ ਮਨੁੱਖ ਨੂੰ ਇੱਥੇ ਕਿਹਾ ਗਿਆ ਕਿ ਉਹ ਪਰਮੇਸ਼ਰ ਤੇਰੇ ਵਿੱਚ ਹੀ ਹੈ, ਤੂੰ ਆਪਦੇ ਨਿਜ ਸਰੂਪ ਨਾਲ ਕਿਉਂ ਨਹੀਂ ਜੁੜਦਾ? ਆਪਣੇ ਆਪੇ ਦੀ ਪਛਾਣ ਕਰ, ਤੂੰ ਕੌਣ ਹੈ, ਕਿੱਥੋਂ ਆਇਆ, ਕੀ ਲੈਣ ਆਇਆ। ਤੋ ਇਸ ਕਰਕੇ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ। ਹੁਣ ਵਿਗਸਣਾ ਹੁੰਦਾ ਖਿੜਨਾ, ਖੁਸ਼ ਹੋਣਾ, ਤੇ ਪਰਮੇਸ਼ਰ ਤਾਂ ਪਹਿਲੇ ਖਿੜਿਆ ਹੋਇਆ, ਉਹਨੂੰ ਕਹਿਣ ਦੀ ਕੀ ਲੋੜ ਆ? ਇਹ ਤਾਂ ਬੰਦਾ ਇਕੱਠਾ ਹੋਇਆ ਵਾ, ਬੰਦਾ ਹੀ ਕੁੰਠਿਤ ਹੈ, ਬੰਦਾ ਹੀ ਗੁਰੂ ਪਿਆਰੋ ਦੁਖੀ ਹੈ। ਇਸ ਕਰਕੇ ਇਹ ਬਾਣੀ ਬੰਦੇ ਨੂੰ ਕਹਿੰਦੀ ਹੈ ਕਿ ਤੂੰ ਆਪਣੇ ਆਪੇ ਦੀ ਖੋਜ ਕਰ। ਕਿੰਨੇ ਸ਼ਬਦ ਇਸ ਤਰ੍ਹਾਂ ਦੇ ਹਨ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸੇਹਰ ਮੇਲਾ ਦਸਤਗੀਰੀ ਨਾ ਹੈ। ਇਹ ਦੁਨੀਆ ਇੱਕ ਮੇਲਾ ਹੈ, ਤੂੰ ਐਵੇਂ ਇਹਦੇ ਮਗਰ ਨਾ ਭੱਜ, ਤੂੰ ਆਪਣੇ ਆਪੇ ਦੀ ਖੋਜ ਕਰ। ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹਰਸ। ਹੁਣ ਸਰਵਰ ਹੁੰਦਾ ਸਰੋਵਰ, ਮਾਨ ਸਰੋਵਰ, ਤੇ ਹੰਸ ਉਹਦੇ ਉੱਤੇ ਜੀਵ ਹੁੰਦੇ ਨੇ। ਜਿਵੇਂ ਬਗਲਾ ਹੁੰਦਾ ਇੱਕ, ਇਸ ਤਰ੍ਹਾਂ ਚਿੱਟੇ ਰੰਗ ਦੇ ਕਹਿੰਦੇ ਹੰਸ ਹੁੰਦੇ ਆ, ਉਹ ਮਾਨ ਸਰੋਵਰ 'ਤੇ ਰਹਿੰਦੇ ਆ। ਜਿਵੇਂ ਮਾਨ ਸਰੋਵਰ ਉੱਤੇ ਹੰਸ ਰਹਿੰਦੇ ਆ, ਉਹ ਤੂੰ ਹੀ ਹੰਸ ਹੈ ਤੇ ਸ੍ਰਿਸ਼ਟੀ ਮਾਨ ਸਰੋਵਰ ਹੈ। ਤੂੰ ਆਪਣੇ ਆਪੇ ਨਾਲ ਕਿਉਂ ਨਹੀਂ ਜੁੜਦਾ? ਪ੍ਰਣਵੈ ਨਾਨਕ ਬੇਨਤੀ, ਇਹ ਨਾਨਕ ਬੇਨਤੀ ਕਰਦਾ, ਇਹ ਨਾਨਕ ਸਾਨੂੰ ਬੇਨਤੀ ਕਰਦਾ ਅਸਲ ਵਿੱਚ ਮਨੁੱਖ ਨੂੰ, ਕਿ ਤੂੰ ਹੀ ਪਰਮੇਸ਼ਰ ਹੈ, ਤੂੰ ਹੀ ਜੀਵ ਬਣ ਗਿਆ ਭੁਲੇਖੇ ਕਰਕੇ, ਆਪਣਾ ਭੁਲੇਖਾ ਕੱਢ ਦੇ। ਤੂੰ ਸਰਵਰ, ਤੂੰ ਹੀ ਮਾਨ ਸਰੋਵਰ ਹੈ, ਤੂੰ ਹੀ ਜੀਵ ਹੰਸ ਹੈ। ਸੋਹੰ ਹੰਸਾ ਜਪ ਜਾਪੋ, ਕਿੰਨੇ ਸ਼ਬਦ ਇਸ ਤਰ੍ਹਾਂ ਦੇ ਬਾਣੀ 'ਚ ਪਏ। ਸੋਹੰ, ਸੋ ਹੰ, ਉਹ ਤੇ ਮੈਂ ਇੱਕੋ ਹੀ ਹਾਂ। ਕਹੋ ਸਤਿਨਾਮ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में हो करो निवास। खालसा मेरी जान की जान, खालसा मेरो प्राण को प्राण। ਇੱਥੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖ ਨੂੰ ਉਹ ਪਾਵਰ ਦੇ ਦਿੱਤੀ, ਉਹਨੂੰ ਆਪਦਾ ਰੂਪ ਬਣਾਤਾ। ਅਸਲ ਵਿੱਚ ਇਹ ਪਹਿਲਾਂ ਹੀ ਉਹਦਾ ਰੂਪ ਸੀਗਾ, ਇਹਦਾ ਭੁਲੇਖਾ ਕੱਢ ਦਿੱਤਾ ਸਤਿਗੁਰ ਨੇ। ਜਿਵੇਂ ਦਇਆ ਸਿੰਘ ਹੋਰੀ ਕਹਿੰਦੇ ਹਨ, ਮਹਾਰਾਜ ਅਸੀਂ ਤੁਹਾਨੂੰ ਕਿਵੇਂ ਅੰਮ੍ਰਿਤ ਛਕਾਈਏ, ਤੁਸੀਂ ਗੁਰੂ ਅਸੀਂ ਸਿੱਖ। ਕਹਿੰਦੀ ਇਹੀ ਤਾਂ ਭੁਲੇਖਾ ਕੱਢਣਾ, ਤੁਸੀਂ ਮੇਰਾ ਹੀ ਰੂਪ ਹੋ ਚੁੱਕੇ ਹੋ। ਜਿਵੇਂ ਤੁਸੀਂ ਮੈਥੋਂ ਅੰਮ੍ਰਿਤ ਛਕਿਆ ਉਵੇਂ ਛਕਾਓ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਫਿਰ ਦਇਆ ਸਿੰਘ ਹੋਰੀ ਕਹਿੰਦੇ ਫਿਰ ਅਸੀਂ ਤਾਂ ਸਿਰ ਦਿੱਤਾ ਹੈਗਾ, ਤੁਸੀਂ ਕੀ ਦਿਓਗੇ ਇਹਦੇ ਵੱਟੇ? ਬਾਦਸ਼ਾਹ ਕਹਿੰਦੇ ਮੇਰਾ ਸਿਰ ਵੀ ਹਾਜ਼ਰ ਆ, ਭਈ ਲਓ ਕੱਟ ਲਓ। ਪਰ ਨਾਲ ਮੈਂ ਦੱਸ ਦੇਵਾਂ ਕਿ ਇਸ ਅਮਰ ਦਾ ਮੁੱਲ ਇੱਕ ਸਿਰ ਨਹੀਂ ਹੈ, ਮੈਂ ਸਰਵੰਸ ਵਾਰ ਦੂੰਗਾ ਇਹਦੇ ਬਦਲੇ, ਪਰ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਕਿੱਡਾ ਵੱਡਾ ਭੁਲੇਖਾ ਦੁਨੀਆ ਨੂੰ ਪਿਆ ਹੋਇਆ ਸੀ, ਜਿਹੜਾ ਗੁਰੂ ਸਾਹਿਬ ਨੇ ਇਸ 1699 ਦੀ ਵਿਸਾਖੀ 'ਤੇ ਕੱਢਿਆ। ਖਾਲਸਾ ਪੰਥ ਸਾਜ ਕੇ ਉਹਨੂੰ ਆਪਣਾ ਰੂਪ ਦੱਸ ਕੇ ਇਹ ਦੱਸਿਆ ਕਿ ਇਹ ਮਨੁੱਖ ਪਰਮੇਸ਼ਰ ਦਾ ਹੀ ਰੂਪ ਹੈ। ਕਹੋ ਸਤਿਨਾਮ ਸ੍ਰੀ। ਇਹ ਸਮਝਾਉਣ ਵਾਸਤੇ ਸਤਿਗੁਰੂ ਨੂੰ ਬਹੁਤ ਵੱਡਾ ਕੌਤਕ ਕਰਨਾ ਪਿਆ ਕਿ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਗਸ। ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ। ਇੱਥੇ ਤੂੰ ਪਰਮੇਸ਼ਰ ਥੋੜ੍ਹਾ ਕਿਹਾ ਗਿਆ, ਇੱਥੇ ਸਾਨੂੰ ਕਿਹਾ ਗਿਆ, ਸਾਨੂੰ ਸਮਝਾਉਣ ਵਾਸਤੇ। ਇਸ ਕਰਕੇ ਪ੍ਰੀਤਮ ਜੀ ਕੀ ਕਹਿ ਰਹੇ ਸੀ? ਗੁਰਮੁਖ ਮੁਕਤਾ, ਗੁਰਮੁਖ ਜੁਗਤਾ, ਗੁਰਮੁਖ ਗਿਆਨੀ, ਗੁਰਮੁਖ ਬਖਤਾ। ਗੁਰਮੁਖ ਗਿਆਨੀ ਭਾਵ ਗੁਰੂ ਕੋਲੇ ਗਿਆਨ ਹੈ, ਗੁਰੂ ਦੇ ਕੋਲੋਂ ਗਿਆਨ ਪ੍ਰਾਪਤ ਹੁੰਦਾ ਹੈ, ਉਹ ਸਾਨੂੰ ਗਿਆਨੀ ਬ੍ਰਹਮ ਗਿਆਨੀ ਬਣਾ ਦਿੰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਸੱਚਨ ਸੱਚ ਵਰਗੇ, ਪ੍ਰੇਮੇ ਕੋੜੀ ਵਰਗੇ ਸਿੱਧੇ ਸਾਧੇ ਮਨੁੱਖ ਆਏ ਸੀ।
ਤੇ ਉਹਨਾਂ ਨੂੰ ਗਿਆਨ ਦੇ ਕੇ ਬ੍ਰਹਮ ਗਿਆਨੀ ਬਣਾ ਕੇ ਉਹਨਾਂ ਤੋਂ ਸਿੱਖੀ ਦਾ ਪ੍ਰਚਾਰ ਕਰਾ ਲਿਆ। ਜਿਹੜੇ ਕੁਛ ਵੀ ਨਹੀਂ ਜਾਣਦੇ ਸੀਗੇ, ਜਿਹੜੇ ਕੱਖ ਵੀ ਨਹੀਂ ਜਾਣਦੇ ਸੀ, ਜਿਹੜਾ ਕੱਖ ਵੀ ਨਹੀਂ ਜਾਣਦੇ ਸੀ, ਉਹਨਾਂ ਨੂੰ ਗਿਆਨ ਦੇ ਕੇ ਬ੍ਰਹਮ ਗਿਆਨੀ ਬਣਾ ਕੇ ਪ੍ਰੇਮਾ ਕੋਹੜੀ, ਜਿਸ ਦਾ ਸਰੀਰ ਬੇਕਾਰ ਹੋ ਚੁੱਕਿਆ ਸੀ, ਗੁਰੂ ਸਾਹਿਬ ਨੇ ਪਹਿਲਾਂ ਸਰੀਰ ਠੀਕ ਕੀਤਾ, ਫਿਰ ਵਿਆਹ ਕੀਤਾ, ਫਿਰ ਬ੍ਰਹਮ ਗਿਆਨ ਦਿੱਤਾ, ਫਿਰ ਉਹਨਾਂ ਦੋਹਾਂ ਨੂੰ ਉਹਨਾਂ ਦੇ ਇਲਾਕੇ 'ਚ ਪ੍ਰਚਾਰ ਕਰਨ ਭੇਜਿਆ। ਕੋ ਸਤਿਨਾਮ ਸ੍ਰੀ। ਸੱਚਨ ਸੱਚ ਭੋਲਾ ਭਾਲਾ ਸਿੱਧਾ ਸਾਦਾ ਬੰਦਾ, ਲੱਕੜਾਂ ਢੋਣ ਵਾਲਾ ਜੰਗਲਾਂ 'ਚੋਂ ਲਿਆ ਕੇ ਉਹ 'ਤੇ ਕਿਰਪਾ ਕੀਤੀ, ਉਹਨੂੰ ਬ੍ਰਹਮ ਗਿਆਨੀ ਬਣਾਤਾ। ਭਾਵ ਗੁਰਮੁਖ ਗਿਆਨੀ। ਅਸਲੀ ਗਿਆਨ ਨਿਜ ਸਰੂਪ ਦਾ ਗਿਆਨ ਹੈ ਜਿਹੜਾ, ਉਹ ਗੁਰੂ ਦੇ ਕੋਲ ਹੈ। ਗੁਰੂ ਦੇ ਮੁਖ 'ਚੋਂ ਸੁਣੋ, ਅਤੇ ਜਿਹਨੇ ਸੁਣ ਲਿਆ ਗੁਰਮੁਖ ਬਕਤਾ, ਉਹ ਵੀ ਕਹਿਣ ਵਾਲਾ ਬਣ ਗਿਆ, ਉਹ ਵੀ ਅੱਗੇ ਪ੍ਰਚਾਰ ਕਰਨ ਵਾਲਾ ਗਿਆ, ਬਕਤਾ ਬੋਲਣ ਵਾਲਾ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖ ਗੁਰੂ ਦੇ ਕੋਲੋਂ ਗਿਆਨ ਪ੍ਰਾਪਤ ਹੁੰਦਾ ਹੈ, ਅਤੇ ਗੁਰੂ ਦੇ ਕੋਲੋਂ ਗਿਆਨ ਲੈ ਕੇ ਸਿੱਖ ਜਿਹੜਾ ਹੈ ਉਸ ਗਿਆਨ ਨੂੰ ਅੱਗੇ ਸਪੀਡ ਕਰਦਾ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਮੰਝ 'ਤੇ ਬਖਸ਼ਿਸ਼ ਕਰਦੇ ਆ। ਦੇਖੋ ਪਹਿਲਾਂ ਭਾਈ ਮੰਝ ਦੇ ਕਿੰਨੇ ਪੇਪਰ ਪਏ, ਅਖੀਰਲਾ ਪੇਪਰ ਖੂਹ 'ਚ ਡਿੱਗੇ ਸਣੇ ਲੱਕੜਾਂ, ਜਾ ਕੇ ਪਾਤਸ਼ਾਹ ਨੇ ਬਾਹਰ ਕੱਢੇ। ਬਾਹਰ ਕੱਢਣ ਤੋਂ ਪਹਿਲਾਂ ਵੀ ਪਾਤਸ਼ਾਹ ਕਹਿੰਦੇ ਲੱਕੜਾਂ ਸਿੱਟ ਦੇ, ਤੂੰ ਨਿਕਲਿਆ ਰੱਸਾ ਫੜ ਕੇ। ਉਹ ਕਹਿੰਦਾ ਨਹੀਂ ਜੀ ਲੱਕੜਾਂ ਸੁੱਕੀਆਂ, ਪਹਿਲਾਂ ਲੱਕੜਾਂ ਕੱਢ ਲਓ, ਲੰਗਰ ਚਾਉਣਗੀਆਂ, ਫਿਰ ਮੈਂ ਨਿਕਲ ਆਊਂਗਾ। ਪਹਿਲਾਂ ਲੱਕੜਾਂ ਕੱਢੀਆਂ, ਫਿਰ ਭਾਈ ਮੰਝ ਨੂੰ ਕੱਢਿਆ। ਅਤੇ ਜਦੋਂ ਭਾਈ ਮੰਝ ਬਾਹਰ ਆ ਕੇ ਧਰਤੀ 'ਤੇ ਖੜ੍ਹਾ ਹੋਇਆ, ਅਤੇ ਪਾਤਸ਼ਾਹ ਲੈ ਕੇ ਗਲਵੱਕੜੀ 'ਚ ਕੀ ਕਹਿੰਦੇ ਆ, ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ, ਜਗ ਲੰਘਣ ਹਾਰਾ। ਆਪ ਦਾ ਰੂਪ ਬਣਾਤਾ। ਜਿਹੜੀ ਗੱਲ 10ਵੇਂ ਪਾਤਸ਼ਾਹ ਜੀ ਨੇ ਆਖਰੀ ਸ਼ੋਹਾਂ ਦੇ ਕੇ ਇਹ ਸਿੱਖ ਨੂੰ ਖਾਲਸਾ ਸਾਜਿਆ, ਇਹ ਗੱਲ ਪਹਿਲਾਂ ਬਾਬੇ ਨਾਨਕ ਨੇ ਵੀ ਕੀਤੀ ਆ, ਲਹਿਣਾ ਜੀ ਨੂੰ ਆਪ ਦਾ ਰੂਪ ਦੇ ਕੇ। 10 ਹੀ ਗੁਰੂਆਂ ਨੇ ਇਹ ਕਾਰਨ ਕੀਤਾ, ਇਹ ਕਾਰਜ ਕੀਤਾ। ਅਤੇ ਗੁਰੂ ਪਿਆਰਿਓ 10ਵੇਂ ਪਾਤਸ਼ਾਹ ਨੇ ਤਾਂ ਫਿਰ ਸਿਰੇ ਲਾਤੀ ਗੱਲ, ਆਖਰੀ ਸ਼ੋਹਾਂ ਦੇ ਕੇ ਇਸ ਪੰਥ ਨੂੰ ਸਜਾ ਕੇ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕਹਿਓ ਸਦ ਸਤਸੰਗਾ। ਗੁਰਮੁਖ ਮੁਕਤਾ, ਗੁਰਮੁਖ ਜੁਗਤਾ, ਗੁਰਮੁਖ ਗਿਆਨੀ, ਗੁਰਮੁਖ ਬਕਤਾ, ਧਨ ਗ੍ਰਹਿ ਉਦਾਸੀ ਗੁਰਮੁਖ। ਫਿਰ ਉਹਨਾਂ ਨੇ ਅਗਲਾ ਸਵਾਲ ਪੁੱਛਿਆ ਸੀਗਾ, ਕੌਣ ਸੁਗਿਰਹੀ ਕੌਣ ਉਦਾਸੀ, ਅਸਲੀ ਗ੍ਰਸਤੀ ਕੌਣ ਹੈ, ਅਸਲੀ ਉਦਾਸੀ ਕੌਣ ਹੈ? ਕਹਿੰਦੇ ਇਹ ਵੀ ਗੁਰਮੁਖ ਹੈ। ਗੁਰਮੁਖ ਨੂੰ ਹੀ ਗਿਆਨ ਹੈ ਕਿ ਗ੍ਰਸਤੀ ਜੀਵਨ 'ਚ ਰਹਿ ਕੇ ਕਿਵੇਂ ਜੀਵਨ ਬਤੀਤ ਕਰਨਾ ਹੈ। ਮਨਮੁਖਤਾ ਗ੍ਰਸਤੀ ਜੀਵਨ ਨੂੰ ਨਰਕ ਬਣਾ ਲੈਂਦਾ। ਕਹੋ ਸਤਿਨਾਮ। ਲੜਾਈਆਂ ਕਰਕੇ, ਝਗੜੇ ਕਰਕੇ, ਸ਼ਰਾਬਾਂ ਪੀ ਕੇ, ਵਿਸ਼ੇ ਵਕਾਰ ਭੋਗ ਕੇ, ਲਾਲਚੀ ਹੋ ਕੇ, ਲੋਕਾਂ ਦੀ ਲੁੱਟਮਾਰ ਕਰਕੇ ਉਹਨੂੰ ਗ੍ਰਸਤੀ ਜੀਵਨ ਜਿਉਣਾ ਨਹੀਂ ਆਉਂਦਾ। ਗੁਰਮੁਖ ਹੈ ਜਿਹੜਾ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਧਨਤਾ ਦੇ ਯੋਗ ਹੋ ਜਾਂਦਾ। ਸ਼੍ਰੇਸ਼ਟ ਗ੍ਰਸਤੀ ਗੁਰਮੁਖ ਹੈ। ਗੁਰਮੁਖ ਭਾਵ ਜਿਹਨੂੰ ਗੁਰੂ ਤੋਂ ਅਕਲ ਆ ਗਈ, ਜਿਹਨੇ ਗੁਰੂ ਤੋਂ ਗਿਆਨ ਲੈ ਲਿਆ, ਜਿਹਨੇ ਗੁਰੂ ਦੇ ਮੁਖ ਤੋਂ ਗੱਲ ਸੁਣ ਲਈ, ਉਹ ਹੀ ਅਸਲੀ ਗ੍ਰਸਤੀ ਬਣ ਸਕਦਾ ਹੈ। ਗ੍ਰਸਤੀ ਦਾ ਕੀ ਫਰਜ਼ ਹੈ? ਗ੍ਰਸਤੀ ਦੇ ਕੋਲੇ ਅਰੇਂਜਮੈਂਟ ਹੈ ਪ੍ਰਸ਼ਾਦਾ ਬਣਾਉਣ ਦਾ, ਅਤੇ ਸਾਧੂ ਜੋਗੀ ਜਿਹੜੇ ਹਨ ਉਹ ਗ੍ਰਸਤੀਆਂ ਤੋਂ ਛਕਦੇ ਆ। ਇਸ ਕਰਕੇ ਜਿਹੜਾ ਗੁਰਮੁਖ ਗ੍ਰਸਤੀ ਆ ਉਹ ਘਰ ਵਿੱਚ ਆਏ ਨੂੰ ਕਦੇ ਭੁੱਖਾ ਨਹੀਂ ਜਾਣ ਦਿੰਦਾ। ਅਸਲੀ ਗ੍ਰਸਤੀ ਉਹ ਹੈ। ਕਹੋ ਸਤਿਨਾਮ ਸ੍ਰੀ। ਗ੍ਰਸਤੀ ਦਾ ਜਿਹੜਾ ਮਕਸਦ ਹੈ ਉਹ ਵੀ ਗੁਰਮੁਖ ਨੂੰ ਸਮਝ ਆਇਆ। ਗੁਰਮੁਖ ਗ੍ਰਸਤੀ ਗੁਰਮੁਖ ਗਿਰਹੀ ਗੁਰਮੁਖ ਉਦਾਸੀ, ਇਹ ਧਨ ਹੈ। ਗੁਰਮੁਖ ਜਿਹਨੂੰ ਗ੍ਰਸਤੀ ਜੀਵਨ ਜਿਉਣ ਦੀ ਜਾਚ ਆ ਗਈ, ਉਹ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਵੀ ਗ੍ਰਸਤ ਵਿੱਚ ਫਸਿਆ ਨਹੀਂ ਹੈਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ 3 ਸ਼ਾਦੀਆਂ, 3 ਸ਼ਾਦੀਆਂ ਤੋਂ 4 ਸਾਹਿਬਜ਼ਾਦੇ, 5ਵਾਂ ਖਾਲਸਾ ਪੰਥ, ਪਰ ਫਿਰ ਵੀ ਗੁਰੂ ਉਹਨਾਂ ਦੇ ਵਿੱਚ ਮੋਹ ਵਿੱਚ ਨਹੀਂ ਫਸਿਆ ਹੋਇਆ। ਕੋਈ ਸਤਿਨਾਮ। ਉਹ ਤਾਂ ਖੈਰ ਗੁਰੂ ਦੀ ਗੱਲ ਹੈ ਨਾ। ਸੰਸਾਰ ਦੇ ਵਿੱਚ ਸਿੱਖ ਵੀ ਐਸੇ ਹੋਏ ਜਿਨ੍ਹਾਂ 'ਤੇ ਕਿਰਪਾ ਹੋਈ। ਤੁਸੀਂ ਭਾਈ ਭਿਖਾਰੀ ਦੀ ਗੱਲ ਕਰ ਲਓ। ਜਿਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇੱਕ ਸਿੱਖ ਨੇ ਪੁੱਛਿਆ,
ਮਹਾਰਾਜ ਜੀ ਕਿਰਪਾ ਕਰਕੇ ਦੱਸੋ ਗੁਰਮੁਖ ਕਿਹੋ ਜਿਹਾ ਹੁੰਦਾ ਹੈ? ਹੁਣ ਗੁਰਮੁਖ ਵੇਖ ਲਓ ਕਿਹੋ ਜਿਹਾ ਹੁੰਦਾ ਹੈ। ਫਿਰ ਅੱਗੇ ਕਹਿੰਦੇ ਗੁਰਮੁਖ ਹੀ ਅਸਲੀ ਗ੍ਰਸਤੀ ਆ। ਕੀ ਕਹਿੰਦੇ? ਕਹਿੰਦੇ ਐਂ ਕਰ ਸਿੱਖਾ, ਤੂੰ ਜਾ, ਸਾਡਾ ਇੱਕ ਸਿੱਖ ਹੈ ਗੁਜਰਾਤ ਵੱਲ, ਭਾਈ ਭਿਖਾਰੀ, ਉਹਨੂੰ ਪੁੱਛ ਕੇ ਆ, ਉਹ ਦੱਸੂਗਾ। ਉਹ ਚਲਿਆ ਗਿਆ, ਪਹੁੰਚਿਆ, ਪੁੱਛਦਾ ਲੱਭਦਾ, ਭਿਖਾਰੀ ਦੇ ਘਰ ਪਹੁੰਚਿਆ। ਭਿਖਾਰੀ ਦੇ ਘਰ ਵੜਦਾ ਹੈ ਅਤੇ ਭਾਈ ਭਿਖਾਰੀ ਦੇ ਘਰ ਬੀਬੀਆਂ ਗੀਤ ਗਾ ਰਹੀਆਂ, ਇੱਕ ਪਾਸੇ ਕੜਾਹੀ ਚੜ੍ਹੀ ਹੈ, ਲੱਡੂ ਬਣ ਰਹੇ ਨੇ। ਐਂ ਲੱਗਦਾ ਜਿਵੇਂ ਬੱਚੇ ਦਾ ਵਿਆਹ ਹੁੰਦਾ ਕੋਈ ਘਰ ਵਿੱਚ। ਪੁੱਛਣ 'ਤੇ ਪਤਾ ਲੱਗਿਆ ਵੀ ਲੜਕੇ ਦਾ ਵਿਆਹ ਹੈ। ਅੱਛਾ ਜੀ। ਅਤੇ ਮਹਾਰਾਜ ਭਾਈ ਭਿਖਾਰੀ ਜੀ ਕਿੱਥੇ ਨੇ? ਕਹਿੰਦੇ ਭਾਈ ਭਿਖਾਰੀ ਉਹ ਪਰਲੇ ਪਾਸੇ ਨਹੁਰੇ 'ਚ ਬੈਠੇ ਆ। ਉਹ ਮਸਤ ਸੁਭਾਅ ਦਾ ਬੰਦਾ ਸੀ ਭਾਈ ਭਿਖਾਰੀ। ਇਹ ਉਸ ਪਾਸੇ ਜਾ ਕੇ ਮਿਲਣ ਵਾਸਤੇ ਗਿਆ ਅਤੇ ਕੀ ਵੇਖਦਾ, ਭਾਈ ਭਿਖਾਰੀ ਬੈਠਾ ਮਰਗ ਦਾ ਸਮਾਨ ਇਕੱਠਾ ਕਰੀ ਬੈਠਾ। ਕਹੋ ਸਤਨਾਮ। ਦਰਵਾਜ਼ੇ ਵਿੱਚ ਵਿਆਹ ਦਾ ਸਮਾਨ ਹੈ, ਬੀਬੀਆਂ ਮੰਜਿਆਂ 'ਤੇ ਬੈਠੀਆਂ ਗੀਤ ਗਾ ਰਹੀਆਂ, ਮੇਲ ਗੀਲ ਇਕੱਠਾ ਹੋ ਰਿਹਾ, ਕੜਾਹੀ ਚੜ੍ਹੀ ਹੋਈ ਹੈ। ਦੂਜੇ ਪਾਸੇ ਗਿਆ ਅਤੇ ਭਾਈ ਭਿਖਾਰੀ ਇੱਕ ਸੀੜੀ ਬਣਾਈ ਬੈਠਾ ਹੈਗਾ ਲੱਕੜਾਂ ਦੀ, ਬਾਂਸਾਂ ਦੀ ਪੌੜੀ ਜੀ। ਅੱਜ ਕੱਲ੍ਹ ਤਾਂ ਪੱਕੀ ਬਣਾਤੀ ਨਾ ਲੋਹੇ ਦੀ ਚਾਦਰ ਨਾਲ, ਪਹਿਲਾਂ ਲੋਕ ਐਨ ਮੌਕੇ 'ਤੇ ਬਣਾਉਂਦੇ ਸੀ ਸੀੜੀ ਬਾਂਸਾਂ ਦੀ ਬੰਨ੍ਹ ਕੇ। ਇੱਕ ਬਾਂਸਾਂ ਦੀ ਸੀੜੀ ਜੀ ਬਣਾਈ ਬੈਠਾ ਅਤੇ ਇੱਕ ਦਰੀਆਂ ਪਾਟੀਆਂ ਜਿਹਨੂੰ ਤੋਪੇ ਲਾ ਰਿਹਾ। ਭਾਵ ਸਾਹਮਣੇ ਦਿਸਦਾ ਵੀ ਤਾਂ ਮਰਨ ਤੋਂ ਬਾਅਦ ਦਾ ਸਮਾਨ ਹੈ। ਉਹ ਗੁਰਮੁਖ ਨੇ ਜਿਹੜੀ ਗੱਲ ਪੁੱਛਣੀ ਸੀ ਉਹ ਤਾਂ ਵਿੱਚੇ ਰਹੀ। ਕਹਿੰਦਾ ਮਹਾਰਾਜ ਮੈਂ ਤੁਹਾਨੂੰ ਪੁੱਛਣ ਤਾਂ ਕੁਛ ਹੋਰ ਆਇਆ ਸੀਗਾ। ਕਿੱਥੋਂ ਆਇਆ ਭਾਈ? ਕਹਿੰਦੇ ਮੈਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਕੋਲੋਂ ਆਇਆ। ਕਹਿਣ ਲੱਗੇ ਵੀ ਕੀ ਪੁੱਛਣ ਆਇਆ? ਮੈਂ ਪੁੱਛਣ ਤਾਂ ਆਇਆ ਸੀ ਵੀ ਗੁਰਮੁਖ ਕਿਹੋ ਜਿਹੇ ਹੁੰਦੇ ਆ, ਪਰ ਮੈਂ ਇੱਥੇ ਆ ਕੇ ਬੜਾ ਹੈਰਾਨ ਹਾਂ। ਕਿਉਂ? ਉੱਧਰ ਵਿਆਹ ਦਾ ਸਮਾਨ ਹੈ, ਲੱਡੂ ਬਣੀ ਜਾਂਦੀ ਆ, ਬੀਬੀਆਂ ਗੀਤ ਗਾ ਰਹੀਆਂ, ਅਤੇ ਤੁਸੀਂ ਆ ਮਰਗ ਦਾ ਸਮਾਨ ਇਕੱਠਾ ਕਰੀ ਬੈਠੋ। ਮੈਨੂੰ ਸਮਝ ਨਹੀਂ ਆਉਂਦੀ ਕੀ ਗੱਲ ਆ। ਕਹਿੰਦੇ ਭਾਈ ਵਿਆਹ ਹੈ ਮੁੰਡੇ ਦਾ, ਤਾਂ ਕਿ ਤਾਂ ਲੱਡੂ ਬਣ ਰਹੇ ਆ। ਕਹਿੰਦੇ ਉਹ ਤਾਂ ਮੈਂ ਗੱਲ ਸਮਝ ਗਿਆ, ਪਰ ਆਹ ਸਮਾਨ ਦੀ ਕੀ ਲੋੜ ਹੈ? ਕਹਿੰਦੇ ਉਸ ਤੋਂ ਅਗਲੇ ਦਿਨ ਇਹਦੀ ਲੋੜ ਪੈ ਜਾਣੀ ਆ। ਕਹੋ ਸਤਨਾਮ। ਕਿਉਂਕਿ ਉਹ ਬ੍ਰਹਮ ਗਿਆਨੀ ਦੇ ਨਾਲ ਨਾਲ ਜਾਨੀ ਜਾਨ ਵੀ ਹੋ ਗਿਆ ਸੀ, ਆਉਣ ਵਾਲਾ ਸਮਾਂ ਵੀ ਦਿਸ ਗਿਆ ਸੀ ਉਹਨੂੰ, ਅੰਤਰਜਾਮੀ ਵੀ ਹੋ ਗਿਆ ਸੀ ਉਹ ਭਾਈ ਭਿਖਾਰੀ। ਇੰਨੀ ਭਗਤੀ ਸੀ ਉਸ ਦੀ। ਪਰ ਗੁਰਮੁਖ ਜਿਹੜਾ ਹੈ ਜਾਣ ਬੁੱਝ ਕੇ, ਜਾਣ ਕਰਕੇ ਵੀ ਕਿਸੇ ਕੋਲੇ ਰੌਲਾ ਨਹੀਂ ਪਾਉਂਦੇ ਵੀ ਕੱਲ੍ਹ ਨੂੰ ਆਹ ਹੋਣ ਵਾਲਾ ਹੈ। ਕਹੋ ਸਤਨਾਮ। ਪਤਾ ਲੱਗ ਜਾਂਦਾ ਉਹਨਾਂ ਨੂੰ। ਆਪਦੀ ਮੌਤ ਬਾਰੇ ਦੱਸ ਦਿੰਦਾ ਕਿ ਅਸੀਂ ਹੁਣ ਜਾਣਾ, ਸਾਡਾ ਟਾਈਮ ਆ ਗਿਆ ਭਾਈ। ਤਾਂ ਹੁਣ ਕੀ ਹੋਇਆ ਬਈ ਮਹਾਰਾਜ ਫਿਰ ਦੱਸੋ ਇਹ ਕਦੋਂ ਕੰਮ ਆਊਗਾ? ਕਹਿੰਦੇ ਦੱਸਾਂਗੇ ਮੌਕੇ 'ਤੇ। ਨਹੀਂ ਮਹਾਰਾਜ ਦੂਜੀ ਗੱਲ ਤਾਂ ਫੇਰ ਪੁੱਛੂੰਗਾ, ਪਹਿਲਾਂ ਇਹ ਗੱਲ ਦੱਸੋ। ਕਹਿੰਦੇ ਰੌਲਾ ਨਾ ਪਾਈ, ਲੜਕੇ ਦਾ ਪਹਿਲਾਂ ਵਿਆਹ ਸਾਡੇ ਦਾ, ਪਰ ਰਾਤ ਨੂੰ ਉਸਨੇ ਕਿਸੇ ਕਾਰਨ ਮਰ ਜਾਣਾ ਅਤੇ ਦੂਜੇ ਦਿਨ ਫਿਰ ਸੰਸਕਾਰ ਕਰਨਾ ਪੈਣਾ। ਫਿਰ ਮੈਂ ਵਿਹਲਾ ਸੀ, ਮੈਂ ਸੋਚਿਆ ਵੀ ਚਲੋ ਸਮਾਨ ਤਿਆਰ ਕਰਕੇ ਰੱਖ ਲਈਏ, ਫਿਰ ਭੱਜ ਦੌੜ ਹੋਊਗੀ। ਉਹ ਕਹਿਣ ਲੱਗਿਆ ਮਹਾਰਾਜ ਵਾਕਿਆ ਤੁਹਾਡਾ ਗੁਰੂ ਅਰਜਨ ਦੇਵ ਜਿਹੜਾ ਬਹੁਤ ਪਿਆਰ ਆ, ਤਾਂਹੀਓ ਤੁਹਾਡੇ ਕੋਲੇ ਭੇਜਿਆ ਮੈਨੂੰ। ਅਤੇ ਤੁਸੀਂ ਕਿਉਂ ਨਹੀਂ ਗੁਰੂ ਅਰਜਨ ਦੇਵ ਕਹਿ ਦਿੰਦੇ ਕਿ ਮਾਰੇ ਪੁੱਤਰ ਦੀ ਉਮਰ ਥੋੜ੍ਹੀ ਲੰਬੀ ਕਰ ਦਿਓ? ਕਹਿੰਦੇ ਵਾਹ ਵੀ ਵਾਹ, ਫਿਰ ਵੀ ਤਾਂ ਮਰਨਾ ਹੀ ਆ। ਗੁਰਮੁਖ ਗ੍ਰਹੀ, ਗੁਰਮੁਖ ਉਦਾਸੀ। ਗੁਰਮੁਖ ਗ੍ਰਸਤੀ ਵੀ ਹੈ ਅਤੇ ਗ੍ਰਸਤੀ ਵਿੱਚ ਰਹਿ ਕੇ ਵੀ ਗ੍ਰਸਤ ਤੋਂ ਉਦਾਸ ਹੈ, ਉਪਰਾਮ ਹੈ, ਉੱਚਾ ਉੱਠਿਆ ਹੋਇਆ, ਪਰਮੇਸ਼ਰ ਨਾਲ ਜੁੜਿਆ ਹੋਇਆ ਹੈ, ਗ੍ਰਸਤੀ ਜੀਵਨ ਦੇ ਵਿੱਚ ਪਰਿਵਾਰ ਦੇ ਮੋਹ 'ਚ ਨਹੀਂ ਫਸਿਆ ਹੋਇਆ। ਇਹ ਗੁਰਮੁਖਾਂ ਦੇ ਕੋਲ ਹੀ ਪਾਵਰ ਹੈ। ਉਹ ਕਹਿਣ ਲੱਗਿਆ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰ ਦਿਓ, ਬੱਚੇ ਦੀ ਉਮਰ ਵੱਧ ਜਾਵੇਗੀ, ਉਹਨਾਂ ਕੋਲੇ ਬੜੀ ਪਾਵਰ ਹੈ। ਭਾਈ ਸਾਹਿਬ ਕਹਿੰਦੇ ਫਿਰ ਵੀ ਤਾਂ ਮਰਨਾ ਹੀ ਹੈ ਨਾ, ਕਿੰਨਾ ਕੁ ਲੰਮਾ ਕਰ ਲਾਂਗੇ ਉਮਰ ਆਪਾਂ, ਮੌਤ ਫਿਰ ਵੀ ਆਉਣੀ ਆ, ਕੱਲ੍ਹ ਕੀ ਤੇ ਅੱਜ ਕੀ, ਫਿਰ ਦੇਖੀ ਜਾਊਗੀ। ਕਹਿੰਦੇ ਫਿਰ ਦੂਜੀ ਬੇਨਤੀ ਮੰਨੋ ਵੀ ਤੁਸੀਂ ਵਿਆਹ ਨਾ ਕਰੋ। ਆਪਦੀ ਸਲਾਹ ਦੇਣ ਲੱਗਿਆ ਸਿਆਣਪ। ਕਿਉਂ? ਤੁਸੀਂ ਵਿਆਹ ਨਾ ਕਰੋ, ਲੜਕੀ ਦੇ ਘੱਟੋ ਘੱਟ ਦਾਗ ਤਾਂ ਨਾ ਲੱਗੇ ਬਈ ਇਹ ਵਿਚਾਰੀ ਵਿਧਵਾ ਹੋਈ ਵੀ ਆ, ਕਿਤੇ ਹੋਰ ਵਿਆਹ ਹੀ ਜਾਊਗੀ। ਭਾਈ ਸਾਹਿਬ ਕਹਿੰਦੇ ਸੰਜੋਗ ਹੈ, ਅਤੇ ਬਾਬਾ ਕਹਿੰਦਾ ਸੰਜੋਗ ਅਤੇ ਵਿਜੋਗ ਦੋਏ ਕਾਰ ਚਲਾਵੇ, ਲਿਖੇ ਆਵੇ ਭਾਗ, ਮਿਲਦਾ ਭਾਗਾਂ ਦਾ ਹੀ ਆ। ਸੰਜੋਗ ਵੀ ਬਣਦੇ ਆ ਅਤੇ ਵਿਛੋੜੇ ਵੀ ਹੁੰਦੇ ਆ।
ਉਹ ਸਿੱਖ ਉੱਥੇ ਨਮਸਕਾਰਾਂ ਕਰਨ ਲੱਗਿਆ, ਪਰ ਇਹ ਤਜਰਬਾ ਪੱਕਾ ਕਰਨ ਵਾਸਤੇ ਉਹ ਰਹਿ ਪਿਆ। ਦੂਜੇ ਤੀਜੇ ਦਿਨ ਬਰਾਤ ਗਈ, ਵਿਆਹ ਹੋਇਆ ਬੜਾ ਬਾਜੀਆਂ ਗਾਜੀਆਂ ਨਾਲ। ਵਿਆਹ ਕੇ ਲੜਕੀ ਘਰੇ ਲੈ ਆਂਦੀ ਤਾਂ ਗੁਰੂ ਪਿਆਰਿਓ ਜਦ ਤੜਕੇ ਉੱਠੇ ਤੇ ਰੌਲਾ ਪੈ ਗਿਆ। ਅੱਧੀ ਰਾਤ ਨੂੰ ਕੀ ਹੋ ਗਿਆ, ਪੇਟ ਦੇ ਵਿੱਚ ਦਰਦ ਉੱਠਿਆ, ਕੀੜਾ ਉੱਠਿਆ, ਪਤਾ ਨਹੀਂ ਕੀ ਹੋਇਆ। ਤੜਕੇ ਨੂੰ ਬੱਚਾ ਮਰ ਗਿਆ। ਕੋਈ ਸਤਨਾਮ ਸੀ। ਸਾਰਾ ਪਰਿਵਾਰ ਰੋਣ ਲੱਗਿਆ। ਜਿਹੜਾ ਮੇਲ ਗਿਲ ਇਕੱਠਾ ਹੋਇਆ ਸੀ ਉਹ ਵੀ ਬੈਠਾ ਰੋਈ ਜਾਂਦਾ, ਸਾਰੇ ਰੋਈ ਜਾਂਦੇ ਆ। ਭਾਈ ਭਿਖਾਰੀ ਉਹਨਾਂ ਨੂੰ ਚੁੱਪ ਕਰਾਉਂਦਾ ਹੈ, ਬਈ ਚੁੱਪ ਕਰ ਜੋ, ਇਹ ਪਰਮੇਸ਼ਰ ਦਾ ਭਾਣਾ ਸੀ, ਵਰਤ ਗਿਆ, ਇਹ ਹੋਣੀ ਸੀ, ਇੱਦਾਂ ਹੀ ਹੋਣੀ ਸੀ, ਹੋ ਗਿਆ ਜੋ ਹੋਣਾ ਸੀ। ਉਹ ਚੁੱਪ ਕਰਾਉਂਦੇ ਆ ਤੇ ਨਾਲ ਮੇਲ ਗੇਲ ਨੂੰ ਕਹਿੰਦੇ ਆ, ਭਾਈ ਤੁਸੀਂ ਜਿਸ ਦੀ ਖੁਸ਼ੀ ਵੀ ਸ਼ਾਮਲ ਹੋਏ ਸੀ, ਹੁਣ ਤੁਸੀਂ ਉਸ ਦੇ ਆਖਰੀ ਯਾਤਰਾ ਵਿੱਚ ਵੀ ਸ਼ਾਮਲ ਹੋਵੋ। ਚਲੋ ਆਪਾਂ ਰਲ ਮਿਲ ਕੇ ਸੰਸਕਾਰ ਕਰ ਦਿਓ, ਉਹਨੂੰ ਤਾਂ ਮਰਨ ਵਾਲਾ ਮਰ ਗਿਆ। ਪਰ ਇਹ ਗੁਰਮੁਖ ਨੂੰ ਪ੍ਰੈਕਟੀਕਲ ਰੂਪ ਵਿੱਚ ਦੱਸਦਾ ਗੁਰਮੁਖ ਕਿਹੋ ਜਿਹੇ ਹੁੰਦੇ ਆ। ਕਹੋ ਸਤਨਾਮ ਸਿੰਘ। ਆਹ ਕੌਰਵਾਂ ਪਾਂਡਵਾਂ ਨੇ ਨਾ, ਜਦੋਂ ਇਹ ਛੋਟੇ ਸੀਗੇ ਪੜ੍ਹਨ ਜਾਂਦੇ ਸਕੂਲੇ, ਵਿੱਚੇ ਦੁਰਯੋਧਨ ਵਰਗੇ ਅਤੇ ਵਿੱਚੇ ਹੀ ਇਹ ਪੰਜੇ ਭਰਾ ਯੁਧਿਸ਼ਟਰ ਵਰਗੇ ਸਾਰੇ। ਕਹਿੰਦੇ ਮਾਸਟਰ ਨੇ ਇੱਕ ਦਿਨ ਸ਼ਬਦ ਪੜ੍ਹਾਇਆ, ਪਾਠ ਪੜ੍ਹਾਇਆ ਵੀ ਯਾਦ ਕਰਕੇ ਲਾਇਓ ਮੁੰਡਿਓ, ਕਿ ਬੰਦਿਆਂ ਨੂੰ ਸੱਚ ਬੋਲਣਾ ਚਾਹੀਦਾ। ਇਹ ਪਾਠ ਪੜ੍ਹਾਇਆ, ਸਾਰੀ ਕਲਾਸ ਨੇ ਪੜ੍ਹਿਆ। ਦੂਜੇ ਤੀਜੇ ਦਿਨ ਸਾਰਿਆਂ ਨੇ ਸੁਣਿਆ, ਸੁਣਾਓ ਵੀ ਕੱਲ੍ਹ ਮੈਂ ਕੀ ਪੜ੍ਹਾਇਆ ਸੀਗਾ। ਕਹਿੰਦੇ ਜੀ ਤੁਸੀਂ ਪੜ੍ਹਾਇਆ ਸੀ ਬੰਦਿਆਂ ਨੂੰ ਸੱਚ ਬੋਲਣਾ ਚਾਹੀਦਾ। ਕਹਿੰਦੇ ਸੁਣਾਓ। ਸਾਰਿਆਂ ਨੇ ਸੁਣਾਤਾ। ਉਹਨਾਂ 'ਚੋਂ ਇੱਕ ਬੰਦਾ ਕਹਿੰਦਾ ਮੇਰੇ ਹਜੇ ਯਾਦ ਨਹੀਂ ਹੋਇਆ। ਕੋਈ ਸਤਨਾਮ ਸੀ। ਉਹ ਕੌਣ ਹੈ? ਪਾਂਡਵਾਂ ਦਾ ਵੱਡਾ ਭਰਾ ਯੁਧਿਸ਼ਟਰ, ਇਹਨੂੰ ਸੱਚ ਪੁੱਤਰ ਵੀ ਕਹਿੰਦੇ ਆ। ਇਹ ਕਈ ਦਿਨ ਜਵਾਬ ਦਿੰਦਾ ਰਿਹਾ। ਉਹ ਕਿਹਾ ਕਰੇ ਸੁਣਾ ਵੀ ਤੂੰ, ਕਹਿੰਦਾ ਜੀ ਮੇਰੇ ਹਲੇ ਯਾਦ ਨਹੀਂ ਹੋਇਆ। ਇੱਕ ਦਿਨ ਪੁੱਛ ਹੀ ਲਿਆ ਮਾਸਟਰ ਨੇ, ਕਹਿੰਦਾ ਵੀ ਤੂੰ ਸੁਣਾਉਂਦਾ ਕਿਉਂ ਨਹੀਂ, ਇਹ ਕਿੰਨੀ ਗੱਲ ਹੈ? ਸਾਰਿਆਂ ਨੇ ਸੁਣਾਤਾ ਸੱਚ ਬੋਲਣਾ ਚਾਹੀਦਾ, ਤੂੰ ਕਿਉਂ ਨਹੀਂ ਸੁਣਾਉਂਦਾ? ਕਹਿੰਦਾ ਮੈਂ ਤਜਰਬਾ ਕਰ ਰਿਹਾ ਬਈ ਕੀ ਮੈਂ ਸੱਚ ਬੋਲ ਸਕਦਾ। ਮੈਂ ਹੁਣ ਕੋਸ਼ਿਸ਼ ਕਰ ਰਿਹਾ ਕਿ ਕੋਈ ਵੀ ਘਰ ਦੀ ਗੱਲਬਾਤ ਹੁੰਦੀ ਹੈ ਮੈਂ ਉੱਥੇ ਸੱਚ ਬੋਲਦਾ। ਕੋਈ ਸਤਨਾਮ ਸੀ। ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਝੂਠ ਨੂੰ ਜਿਹੜਾ ਹੈ ਬੋਲਣਾ ਬੰਦ ਕਰਾਂ। ਅਤੇ ਜਿੱਦੇ ਮੇਰੀ ਇਹ ਕੋਸ਼ਿਸ਼ ਪੂਰੀ ਹੋ ਗਈ, ਜਿੱਦੇ ਮੈਂ ਪੱਕ ਗਿਆ ਇਸ ਗੱਲ ਦੇ ਉੱਤੇ ਵਿੱਚ ਮੈਂ ਸੱਚ ਬੋਲਣ ਲੱਗ ਪਿਆ, ਉਹਦੇ ਮੈਂ ਕਹਿਣ ਜੋਗਾ ਹੋਊਗਾ ਸੱਚ ਬੋਲਣਾ ਚਾਹੀਦਾ। ਕੋਈ ਸਤਨਾਮ, ਹਜੇ ਮੈਂ ਕੱਚਾ। ਤੋ ਇਸੇ ਤਰ੍ਹਾਂ ਹੀ ਭਾਈ ਭਿਖਾਰੀ ਨੇ ਜਿੱਥੇ ਗੱਲਾਂ ਸੁਣਾਈਆਂ ਸੀਗੀਆਂ, ਉਹ ਗੁਰਮੁਖ ਨੇ ਦੂਜੇ ਦਿਨ ਤਜਰਬਾ ਵੀ ਕਰ ਲਿਆ। ਅਤੇ ਜਿਹੜਾ ਉਸਨੇ ਗੁਰੂ ਜੀ ਨੂੰ ਵਚਨ ਪੁੱਛਿਆ ਸੀ ਜੀ ਗੁਰਮੁਖ ਕਿਹੋ ਜਿਹੇ ਹੁੰਦੇ ਆ, ਕਹਿੰਦੇ ਗੁਰਮੁਖਾਂ ਦੀ ਨਿਸ਼ਾਨੀ ਭਿਖਾਰੀ ਦੱਸੂਗਾ। ਉਹਨੂੰ ਪੁੱਛ ਕੇ ਆ ਅਤੇ ਭਿਖਾਰੀ ਦੇ ਕੋਲੇ ਪ੍ਰੈਕਟੀਕਲ ਹੀ ਕਰਵਾ ਦਿੱਤਾ ਇਸ ਨੂੰ। ਬਈ ਦੇਖੋ ਵਿਆਹ ਦੇ ਵਿੱਚ ਭਾਈ ਭਿਖਾਰੀ ਨੂੰ ਕੋਈ ਬਹੁਤਾ ਚਾਅ ਨਹੀਂ ਚੜ੍ਹਿਆ ਅਤੇ ਮਰਨ ਤੋਂ ਬਾਅਦ ਬਹੁਤਾ ਦੁਖੀ ਨਹੀਂ ਹੋਇਆ। ਕੋਈ ਸਤਨਾਮ ਸੀ। ਗੁਰਮੁਖ ਧਨ ਗ੍ਰਹੀ ਉਦਾਸੀ ਗੁਰਮੁਖ। ਇਹ ਗੁਰਮੁਖ ਭਾਵ ਗੁਰੂ ਵਾਲੇ ਨੂੰ ਹੀ ਪਤਾ ਹੈ ਕਿ ਗ੍ਰਸਤੀ ਜੀਵਨ ਕਿਵੇਂ ਬਤੀਤ ਕਰਨਾ ਹੈ, ਕਿਵੇਂ ਕਰਨਾ ਭਲਾ। ਜਿਉ ਕਮਲ ਰਹੇ ਵਿੱਚ ਪਾਣੀ ਜੀਓ। ਜਿਵੇਂ ਕਮਲ ਦਾ ਫੁੱਲ ਪਾਣੀ 'ਚੋਂ ਖੁਰਾਕ ਲੈ ਕੇ ਉੱਚਾ ਰਹਿੰਦਾ, ਪਾਣੀ 'ਚ ਡੁੱਬਦਾ ਨਹੀਂ, ਇਸੇ ਤਰ੍ਹਾਂ ਹੀ ਗੁਰਮੁਖ ਜਿਹੜੇ ਆ ਗ੍ਰਸਤੀ ਜੀਵਨ ਦੇ ਵਿੱਚ ਰਹਿੰਦੇ ਹੋਏ ਇਹਦੇ ਵਿੱਚ ਲਵਾਹੇਮਾਨ ਨਹੀਂ ਹੁੰਦੇ, ਇਹਦੇ ਵਿੱਚ ਗੁਰੂ ਪਿਆਰਿਓ ਖੁੱਭਦੇ ਨਹੀਂ। ਅਤੇ ਇਹ ਚੀਜ਼ ਜਿਹੜੀ ਆ ਉਦਾਸ ਰਹਿਣਾ ਅਤੇ ਗੁਰਮੁਖ ਰਹਿਣਾ, ਆਪਣਾ ਗ੍ਰਸਤੀ ਰਹਿਣਾ, ਗ੍ਰਸਤੀ ਵਿੱਚ ਉਦਾਸ ਰਹਿਣਾ। ਇਹ ਗ੍ਰਸਤੀ ਜੀਵਨ ਛੱਡ ਕੇ ਉਦਾਸ ਹੋਏ ਅਤੇ ਜੰਗਲਾਂ ਵਿੱਚ ਗਏ ਅਤੇ ਉੱਥੇ ਜਾ ਕੇ ਭਟਕ ਗਏ। ਘਰ ਕੀ ਨਾਰ ਤਿਆਗੈ ਅੰਧਾ, ਉਦਾਸੀ ਹੋ ਕੇ ਨਿਕਲੇ ਘਰੋਂ, ਬਈ ਆਪਾਂ ਜੰਗਲਾਂ ਵਿੱਚ ਚੱਲਦੇ ਹਾਂ ਰੱਬ ਨੂੰ ਪਾਵਾਂਗੇ। ਗ੍ਰਸਤੀ ਜੀਵਨ ਤਾਂ ਬੜਾ ਔਖਾ ਹੈ। ਪਰ ਗਾਂਹ ਜਾ ਕੇ ਫਿਰ ਇਸਤਰੀਆਂ ਵਿੱਚ ਫਸ ਗਏ। ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਉ ਘਾਲੈ ਧੰਦਾ। ਕਿਵੇਂ? ਜਿਉ ਸਿਮਲ ਦੇਖ ਸੂਆ ਬਿਗਸਾਨਾ, ਅੰਤ ਕੀ ਵਾਰ ਮੂਆ ਲਪਟਾਨਾ। ਜਿਵੇਂ ਸਿਮਲ ਦੇ ਦਰਖਤ ਦੇ ਲਾਲ ਰੰਗ ਦੇ ਫਲਾਂ ਨੂੰ ਦੇਖ ਕੇ ਤੋਤੇ ਆਉਂਦੇ ਹੈ ਅਤੇ ਉਹ ਫਲ ਨਾ ਮਿੱਠਾ ਨਾ ਫਿੱਕਾ, ਨਾ ਉਹ 'ਚ ਕੋਈ ਸਵਾਦ ਹੈ ਨਾ ਕੋਈ ਰਸ ਹੈ, ਪਰ ਉਹਦਾ ਰੰਗ ਵੇਖ ਕੇ ਆ ਗਏ, ਬੜੇ ਸੋਹਣੇ ਲਾਲ ਰੰਗ ਦੇ ਆ। ਅਤੇ ਇੱਕ ਤੋਤੇ ਦੀ ਚੁੰਝ ਹੁੰਦੀ ਹੈ ਬਿੰਗੀ ਜੀ,
ਤੇ ਜਦੋਂ ਉਹ ਫਲ ਦੇ ਵਿੱਚ ਠੁੰਗ ਮਾਰਦੇ ਆ ਨਾ, ਆਪਣੀ ਚੁੰਝ ਮਾਰਦੇ ਆ, ਉਹ ਚੁੰਝ ਵਿੱਚ ਖੁੱਭ ਤਾਂ ਜਾਂਦੀ ਹੈ ਪਰ ਮੁੜ ਕੇ ਨਿਕਲਦੀ ਨਹੀਂ ਉਹ ਚੋਂ। ਕਹੋ ਸਤਿਨਾਮ ਸ੍ਰੀ। ਤੇ ਉੱਥੇ ਹੀ ਲਮਕ ਕੇ ਉਹ ਤੋਤੇ ਮਰ ਜਾਂਦੇ ਆ। ਜੋ ਸਿਮਲ ਦੇਖ ਸੂਆ ਬਿਗਸਾਨਾ, ਜਿਵੇਂ ਸਿਮਲ ਦੇ ਫਲਾਂ ਦੇਖ ਕੇ ਤੋਤੇ ਖੁਸ਼ ਹੋਏ, ਅੰਤ ਕੀ ਬਾਰ ਮੂਆ ਲਪਟਾਨਾ, ਉੱਥੇ ਲਮਕ ਕੇ ਮਰ ਜਾਂਦੇ ਆ। ਐਸੇ ਲੋਕ ਆ ਕਿੰਨੇ ਆਪਣੇ ਆਪ ਨੂੰ ਸਾਧ ਕਹਾਉਣ ਵਾਲੇ, ਇਸੇ ਵਿਸ਼ੇ ਵਿਕਾਰਾਂ ਕਰਕੇ ਜੇਲ੍ਹਾਂ 'ਚ ਬੈਠੇ ਆ। ਕਹੋ ਸਤਿਨਾਮ। ਜਿਵੇਂ ਉਹ ਤੋਤਾ ਲਮਕ ਕੇ ਮਰ ਗਿਆ ਨਾ ਸਿਮਲ ਦੇ ਫਲ ਵਿੱਚ, ਇਸੇ ਤਰ੍ਹਾਂ ਉਹ ਵੀ ਇਸੇ ਵਿਸ਼ੇ ਵਿਕਾਰਾਂ 'ਚ ਲਮਕ ਕੇ ਹੀ ਮਰ ਗਏ ਤੇ ਮਰ ਜਾਣਗੇ ਹੌਲੀ ਹੌਲੀ। ਤੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਉਦਾਸੀ ਹੋਣਾ ਵੀ ਕੋਈ ਸੌਖਾ ਜਿਹਾ ਨਹੀਂ ਗਾ। ਘਰ-ਬਾਰ ਛੱਡ ਹਰੇਕ ਸਕਦਾ, ਪਰ ਗਾਂਹ ਜਾ ਕੇ ਫਿਰ ਡੇਰਿਆਂ ਨਾਲ ਜੁੜ ਗਏ, ਸੰਪਤੀ ਨਾਲ ਜੁੜ ਗਏ। ਉਹ ਤਾਂ ਗ੍ਰਸਤੀਆਂ ਨਾਲੋਂ ਵੀ ਜ਼ਿਆਦਾ ਅੱਗ ਲੱਗ ਗਈ ਉਹਨਾਂ ਨੂੰ ਤਾਂ ਸਮਾਨ ਇਕੱਠਾ ਕਰਨ ਦੀ। ਦੋ ਅੱਗ ਹੁੰਦੀ ਹੈ, ਗ੍ਰਸਤੀਆਂ ਨਾਲੋਂ ਵੀ ਜ਼ਿਆਦਾ ਦੋ ਲੱਗ ਗਈ ਉਹਨਾਂ ਨੂੰ। ਇਸ ਕਰਕੇ ਗ੍ਰਸਤੀ ਰਹਿਣਾ ਚਾਹੇ ਉਦਾਸੀ ਰਹਿਣਾ, ਇਹ ਵੀ ਗੁਰਮੁਖਾਂ ਨੂੰ ਸਮਝ ਆਓ ਵੀ ਕਿਵੇਂ ਰਹਿਣਾ। ਕਹੋ ਸਤਿਨਾਮ ਸ੍ਰੀ। ਧਨ ਗ੍ਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਓ। ਪਰਮੇਸ਼ਰ ਦੀ ਜਾਣਕਾਰੀ ਵੀ ਗੁਰੂ ਵਾਲਾ ਬਣ ਕੇ ਮਿਲੂਗੀ। ਪਰਮੇਸ਼ਰ ਕੀ ਹੈ ਮਨਮੁਖਾਂ ਨੂੰ ਸਮਝ ਨਹੀਂ ਆਉਣੀ। ਪਾਤਸ਼ਾਹ ਕਹਿੰਦੇ ਜੇ ਪਰਮੇਸ਼ਰ ਦੀ ਜਾਣਕਾਰੀ ਲੈਣੀ ਹੈ ਤਾਂ ਇਹ ਵੀ ਗੁਰਮੁਖ ਹੀ ਪਾ ਸਕਦੇ ਹੈ। ਪਾਤਸ਼ਾਹ ਜੀ ਕਹਿੰਦੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੀ ਜਾਣਕਾਰੀ ਰੂਪੀ ਪ੍ਰਾਪਤੀ ਨੂੰ ਵੀ ਪਾਉਂਦੇ ਹਨ ਗੁਰਮੁਖ ਗੁਰੂ ਵਾਲੇ ਬਣ ਕੇ, ਕਿਉਂਕਿ ਇਹਦਾ ਗਿਆਨ ਗੁਰੂ ਹੀ ਦਿੰਦਾ ਹੈ, ਗੁਰੂ ਹੀ ਦੱਸਦਾ ਪਰਮੇਸ਼ਰ ਕੀ ਹੈ। ਔਰ ਗੁਰਬਾਣੀ ਨੂੰ ਜਦ ਪੜ੍ਹਾਂਗੇ, ਗੁਰਬਾਣੀ ਨਾਲ ਜੁੜਾਂਗੇ ਗੁਰੂ ਵਾਲੇ ਬਣ ਕੇ। ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਹੈ। ਭਾਵੇਂ ਹੀ ਕੋਈ ਬਹੁਤ ਵਧੀਆ ਪੰਜਾਬੀ ਜਾਣਦਾ ਹੋਵੇ, ਗੁਰਮੁਖੀ ਜਾਣਦਾ ਹੋਵੇ, ਬਾਣੀ ਪੜ੍ਹਦਾ ਹੋਵੇ, ਪਰ ਗੁਰੂ ਦੀ ਮੋਹਰ ਲਵਾਉਣੀ, ਪੰਜ ਪਿਆਰਿਆਂ ਕੋਲੇ ਜਾਣਾ ਗੁਰੂ ਵਾਲੇ ਬਣ ਕੇ, ਫਿਰ ਬਾਣੀ ਨੂੰ ਪੜ੍ਹਨਾ, ਫਿਰ ਉਹਦਾ ਨਜ਼ਾਰਾ ਹੀ ਅਲੱਗ ਆ। ਤਾਂ ਗੁਰਮੁਖ ਕੀਮਤ ਪਾਏ ਜੀਓ। ਗੁਰਮੁਖ ਹੀ ਪਰਮੇਸ਼ਰ ਨੂੰ ਜਾਣ ਸਕਦਾ ਹੈ, ਉਹਦੀ ਕੀਮਤ ਪਾ ਸਕਦਾ ਹੈ। ਸਭ ਕੀਮਤ ਮਿਲ ਕੀਮਤ ਪਾਈ। ਸਾਡੀਆਂ ਗਿਆਨ ਇੰਦਰੀਆਂ ਅਲੱਗ-ਅਲੱਗ ਨੇ। ਜਦੋਂ ਮਨਮੁਖ ਹੈ ਕੋਈ ਬੰਦਾ, ਉਹਦੀਆਂ ਅੱਖਾਂ ਜਿਹੜੀਆਂ ਹੈ ਵਿਸ਼ੇ ਵਿਕਾਰਾਂ ਨੂੰ ਦੇਖਣਾ ਚਾਹੁੰਦੀਆਂ, ਉਹਦੇ ਕੰਨ ਜਿਹੜੇ ਹੈ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਸੁਣਨੇ ਚਾਹੁੰਦੇ ਆ, ਜੀਵ ਰਸਾਂ ਵਿੱਚ ਮਸਤ ਹੈ, ਉਸ ਦੀਆਂ ਕਰਮ ਇੰਦਰੀਆਂ ਗਿਆਨ ਇੰਦਰੀਆਂ ਇਉਂ ਵਿਸ਼ੇ ਵਿਕਾਰਾਂ ਵਿੱਚ ਅਲੱਗ-ਅਲੱਗ ਖਿੱਚਦੀਆਂ। ਅੱਖਾਂ ਕਹਿੰਦੀਆਂ ਆਪਾਂ ਸਿਨੇਮਾ ਦੇਖ ਕੇ ਆਈਏ, ਕੰਨ ਵੀ ਕੋਈ ਉਹੋ ਜਿਹੀਆਂ ਗੱਲਾਂ ਸੁਣਨੀਆਂ ਚਾਹੁੰਦੇ ਆ, ਜੀਵ ਸਵਾਦ ਭਾਲਦੀ ਹੈ, ਇੰਦਰੀਆਂ ਸਵਾਦ ਭਾਲਦੀਆਂ। ਇਸ ਤਰ੍ਹਾਂ ਉਹ ਮਨਮੁਖ ਜਿਹੜਾ ਹੈ ਦੁਬਿਧਾ ਵਿੱਚ ਫਸ ਜਾਂਦਾ, ਇੱਧਰ ਜਾਵਾਂ ਕਿ ਉੱਧਰ ਜਾਵਾਂ। ਪਰ ਗੁਰਮੁਖ ਇਹਨਾਂ ਤੋਂ ਉੱਚਾ ਉੱਠ ਜਾਂਦਾ ਹੈ। ਗੁਰੂ ਦੇ ਕੋਲੋਂ ਸਮਝ ਆਉਂਦੀ ਹੈ ਗੁਰਮੁਖ ਕੀਮਤ ਪਾਏ ਜੀਓ। ਸਭ ਕੀ ਮਤ ਮਿਲ ਕੀਮਤ ਪਾਈ। ਇਹਨਾਂ ਪੰਜੇ ਦਸੇ ਗਿਆਨ ਇੰਦਰੀਆਂ ਦੀ ਕਰਮ ਇੰਦਰੀਆਂ ਦੀ ਇੱਕ ਮਤ ਗੁਰੂ ਕਰਦਾ। ਪੰਚਾਂ ਕਾ ਗੁਰ ਇੱਕ ਧਿਆਨ। ਉਹ ਜਿਹੜਾ ਇੱਕ ਧਿਆਨ ਵਾਲੀ ਗੱਲ ਹੈ ਨਾ, ਇਹਨਾਂ ਪੰਜਾਂ ਗਿਆਨ ਇੰਦਰੀਆਂ ਦੀ, ਪੰਜਾਂ ਕਰਮ ਇੰਦਰੀਆਂ ਦੀ ਇੱਕ ਨਾਲ ਜੁੜਨ ਵਾਲੀ ਗੱਲ ਹੈ, ਇਹ ਗੁਰੂ ਦੱਸਦਾ। ਤੇ ਜਿਹਨੇ ਗੁਰੂ ਨੂੰ ਪੁੱਛ ਲਈ ਉਹ ਗੁਰਮੁਖ ਬਣ ਗਿਆ। ਤਾਂ ਤੇ ਗੁਰਮੁਖ ਕੀਮਤ ਪਾਏ ਜੀਓ। ਹਉ ਮੈਂ ਬਾਧਾ ਗੁਰਮੁਖ ਛੂਟਾ। ਗੁਰੂ ਦੀ ਕਿਰਪਾ ਸਦਕਾ ਹੀ ਹੰਕਾਰ ਦੂਰ ਹੋਇਆ ਤੇ ਗੁਰਮੁਖ ਜਿਹੜਾ ਹੈ ਹੰਕਾਰ ਚੋਂ ਛੁੱਟ ਗਿਆ। ਇੱਕ ਪਾਸੇ ਭਾਈ ਲਾਲੋ ਹੈ, ਧੰਨ ਗੁਰੂ ਨਾਨਕ ਦੇਵ ਜੀ ਦਾ ਸਿੱਖ, ਜਿਹੜਾ ਦਸਾਂ ਨੌਹਾਂ ਦੀ ਕਿਰਤ ਕਰਦਾ ਹੈ, ਜਿਸ ਦੇ ਕੋਲ ਧੰਨ ਗੁਰੂ ਨਾਨਕ ਦੇਵ ਜੀ 25 ਦਿਨ ਪਹਿਲਾਂ ਤੇ 5 ਦਿਨ ਫਿਰ ਰਹੇ ਨੇ। ਤੇ ਉੱਥੇ ਹੀ ਇੱਕ ਹੰਕਾਰੀ ਬੰਦਾ ਮਲਕ ਭਾਗੋ, ਤੇ ਮਲਕ ਭਾਗੋ ਨੂੰ ਛਾਲ ਛਮਾਹੀ ਚਲਾਏ ਆਪਣੇ ਲੰਗਰ ਤੇ ਬੜਾ ਹੀ ਮਾਣ ਹੈ। ਜਿਵੇਂ ਮੰਤਰੀਆਂ ਨੂੰ ਹੁੰਦਾ ਨਾ, ਦੁਨੀਆ ਨੂੰ ਜਨਤਾ ਲੁੱਟਦੇ ਵੀ ਬਹੁਤ ਹੈ, ਫਿਰ ਇੱਕ ਅੱਧੀ ਗਰਾਂਟ ਦੇ ਕੇ ਫਿਰ ਫੁੱਲੇ ਨਹੀਂ ਸਮਾਉਂਦੇ, ਬੋਰਡ ਲਵਾ ਦਿੰਦੇ ਆ ਗਲੀਆਂ ਵਿੱਚ ਨਾਲਾਂ, ਮੈਂ ਆਹ ਕਰੂੰਗਾ, ਮੈਂ ਆਹ ਕਰਤਾ, ਮੈਂ ਆਹ ਕਰਤਾ। ਪਰ ਜਿਹੜੇ ਗੁਰਮੁਖ ਹੁੰਦੇ ਆ ਉਹ ਗੁਪਤ ਰਹਿੰਦੇ ਆ, ਸਭ ਕੁਝ ਕਰਕੇ ਵੀ ਰੌਲਾ ਨਹੀਂ ਪਾਉਂਦੇ। ਕਹੋ ਸਤਿਨਾਮ ਸ੍ਰੀ। ਤਾਂ ਜਿਹੜਾ ਮਨਮੁਖ ਹੈ ਗੁਰੂ ਪਿਆਰਿਓ, ਉਹ ਭਟਕ ਜਾਂਦਾ ਰਸਤੇ ਤੋਂ, ਤੇ ਜਿਹੜਾ ਗੁਰਮੁਖ ਹੈ ਉਹ ਰਸਤੇ ਤੇ ਰਹਿੰਦਾ ਹੈ।
ਇੱਕ ਪਾਸੇ ਭਾਈ ਲਾਲੋ ਹੈ ਜਿਸ ਦੇ ਘਰੇ ਬਾਬਾ ਜੀ ਨੇ 25 ਦਿਨ ਪ੍ਰਸ਼ਾਦਾ ਛਕਿਆ, ਤੇ ਇੱਕ ਦਿਨ ਮਲਕ ਭਾਗੋ ਨੇ ਸੱਦਿਆ। ਇਹ ਮੰਤਰੀ ਸੀ ਮੌਕੇ ਦੇ ਰਾਜੇ ਪਠਾਨ ਦਾ ਮੰਤਰੀ ਸੀ ਇਹ। ਤੇ ਪਹਿਲਾਂ ਤਾਂ ਬਾਬਾ ਨਾਨਕ ਜੀ ਗਏ ਨਹੀਂ, ਕਿਉਂਕਿ ਇਹਨਾਂ ਦੀ ਕਮਾਈ 10 ਨੌਹਾਂ ਦੀ ਨਹੀਂ ਹੁੰਦੀ। ਜਨਤਾ ਨੂੰ ਲੁੱਟ ਕੇ, ਟੈਕਸ ਲਾ ਕੇ, ਮਹਿੰਗਾਈ ਵਧਾ ਕੇ, ਜਨਤਾ ਦਾ ਖੂਨ ਪਸੀਨੇ ਦੀ ਕਮਾਈ ਨੂੰ ਇਹਨਾਂ ਨੇ ਆਪਣੇ ਢੰਗ ਨਾਲ ਖੋਹਿਆ ਹੁੰਦਾ, ਪ੍ਰਾਪਤ ਕੀਤਾ ਹੁੰਦਾ। ਮਰਦਾ ਕੀ ਨਾ ਕਰਦਾ, ਜਨਤਾ ਨੂੰ ਲੋੜ ਹੈ ਉਹਨਾਂ ਨੂੰ। ਫਿਰ ਜਿਵੇਂ ਆਪਾਂ ਹੁਣ ਤੇਲ ਮਹਿੰਗੇ ਤੇ ਮਹਿੰਗਾ, ਮਹਿੰਗੇ ਤੇ ਮਹਿੰਗਾ ਹੋਈ ਜਾਂਦਾ, ਨਹੀਂ ਸਰਦਾ ਫਿਰ ਪਵਾਉਣਾ ਪੈਂਦਾ। ਪਰ ਇਹ ਸਾਡਾ ਸਾਰਾ ਪੈਸਾ ਟੈਕਸ ਦੇ ਰੂਪ ਦੇ ਵਿੱਚ, ਮਹਿੰਗਾਈ ਦੇ ਰੂਪ ਵਿੱਚ ਜਾਂਦਾ ਤਾਂ ਇਹਨਾਂ ਮੰਤਰੀਆਂ ਕੋਲ ਹੀ ਹੈ। ਕਹੋ ਸਤਨਾਮ ਸ੍ਰੀ। ਉਸੇ ਤਰ੍ਹਾਂ ਹੀ ਮਲਕ ਭਾਗੋ ਪੈਸੇ ਵਾਲਾ ਬੰਦਾ ਸੀ, ਬੜੀ ਲੁੱਟਮਾਰ ਕਰਦਾ ਸੀ। ਪਰ ਸਾਲ ਛਮਾਹੀ ਨਾ ਉਹ ਇੱਕ ਲੰਗਰ ਲਾਉਂਦਾ ਸੀ ਦੇਸੀ ਘਿਓ ਦਾ ਬਣਾ ਕੇ। ਤੇ ਅੱਜ ਉਹ ਲੰਗਰ ਦਾ ਸਮਾਂ ਆਇਆ ਤੇ ਇੱਧਰ ਬਾਬਾ ਨਾਨਕ ਜੀ ਵੀ ਉੱਥੇ ਆ। ਤੇ ਇਸ ਨੇ ਸਾਰੇ ਪਿੰਡ ਨੂੰ ਸੱਦਾ ਦੇਤਾ ਵੀ ਅੱਜ ਮਲਕ ਭਾਗੋ ਦੇ ਘਰੇ ਜਿਹੜਾ ਹੈ ਬ੍ਰਹਮ ਭੋਜ ਹੈ। ਇਹਨੂੰ ਬ੍ਰਹਮ ਭੋਜ ਕਹਿੰਦਾ ਸੀਗਾ। ਬ੍ਰਹਮ ਭੋਜ ਤਾਂ ਪਵਿੱਤਰ ਲੰਗਰ ਦਾ ਨਾਮ ਹੈ, ਪਰ ਇਹਨੇ ਲੋਕਾਂ ਦਾ ਖੂਨ ਚੂਸ ਕੇ ਲੰਗਰ ਲਾਇਆ ਸਾਲ ਬਾਅਦ, ਲੋਕਾਂ ਤੋਂ ਵਾਹ ਖੱਟਣ ਵਾਸਤੇ। ਫਲਾਨਾ ਮੰਤਰੀ ਬਹੁਤ ਚੰਗਾ, ਬਹੁਤ ਚੰਗਾ। ਤਾਂ ਗੁਰੂ ਪਿਆਰੋ, ਇਹਦੇ ਜਿਹੜੇ ਨਿਉਂਦਾ ਦੇਣ ਵਾਲੇ ਲੋਕ ਸੀ, ਸੱਦਾ ਦੇਣ ਵਾਲੇ, ਉਹ ਲਾਗੀ ਸਾਰੇ ਪਿੰਡ ਵਿੱਚ ਕਹਿ ਗਏ, ਸਾਧੂਆਂ ਨੂੰ ਸੱਦ ਲਿਆ, ਲੋਕਾਂ ਨੂੰ ਸੱਦ ਲਿਆ। ਤੇ ਇੱਕ ਲਾਗੀ ਲੈ ਆਪਣਾ ਲਾਲੋ ਦੇ ਘਰ ਵੀ ਆ ਗਿਆ। ਇੱਧਰ ਲੰਘ ਰਿਹਾ ਤੇ ਬਾਬਾ ਨਾਨਕ ਜੀ ਦੇ ਘਰੋਂ ਉੱਠ ਕੇ ਬਾਹਰ ਨੂੰ ਜਾ ਰਹੇ ਨੇ ਤੇ ਅੱਗੋਂ ਟੱਕਰ ਗਏ ਉਹ ਲਾਗੀ ਨੂੰ, ਉਸ ਬ੍ਰਾਹਮਣ ਨੂੰ। ਇਹ ਗੁੱਸਾ ਵੀ ਕਰਦੇ ਸੀ, ਕਿਉਂਕਿ ਬਾਬਾ ਜੀ ਸੱਚ ਦਾ ਪ੍ਰਚਾਰ ਕਰਦੇ ਫਿਰਦੇ ਸੀਗੇ। ਔਰ ਇਹ ਕਹਿਣ ਲੱਗਿਆ, ਉਹ ਤਪੇ ਗੱਲ ਸੁਣ। ਬਾਬਾ ਜੀ ਕਹਿੰਦੇ, ਹਾਂ ਭਾਈ ਦੱਸ। ਆਪਣੇ ਮਲਕ ਭਾਗੋ ਦੇ ਘਰੇ ਬ੍ਰਹਮ ਭੋਜ ਹੈ, ਤੂੰ ਅੱਜ ਭੋਜਨ ਛਕਣ ਆਉਣਾ ਹੈ। ਪਾਤਸ਼ਾਹ ਕਹਿੰਦੇ ਵੀ ਕੌਣ ਹੈ ਮਲਕ ਭਾਗੋ? ਮੈਂ ਤਾਂ ਜਾਣਦਾ ਨਹੀਂ। ਨੀਚਾ ਅੰਦਰ ਨੀਚ ਜਾਤ ਨੀਚੀ ਹੋ, ਅਤ ਨੀਚ ਨਾਨਕ ਤਿਨ ਕੇ ਸੰਗ ਸੱਥ ਵੱਡਿਆ ਸਿਉ ਕਿਆ। ਰੀਸ ਵੱਡਿਆਂ ਨਾਲ ਸਾਡੀ ਕੋਈ ਦੋਸਤੀ ਨਹੀਂ, ਸਾਡੀ ਤਾਂ ਗਰੀਬਾਂ ਨਾਲ ਦੋਸਤੀ ਹੈ। ਜਿਨ੍ਹਾਂ ਨੂੰ ਕੋਈ ਨਹੀਂ ਸੰਭਾਲਦਾ, ਅਸੀਂ ਤਾਂ ਉਹਨਾਂ ਦੇ ਨਾਲ ਆ। ਕਹਿੰਦੇ ਮੈਂ ਤਾਂ ਜਾਣਦਾ ਨਹੀਂ ਕੌਣ ਹੈ ਮਲਕ ਭਾਗੋ। ਕਹਿੰਦੇ ਯਾਰ ਤੈਨੂੰ ਇੱਥੇ ਮਹੀਨਾ ਹੋ ਗਿਆ ਰਹਿੰਦੇ ਨੇ, ਤੈਨੂੰ ਪਤਾ ਨਹੀਂ ਮੰਤਰੀ ਆ ਆਪਣੇ ਪਿੰਡ ਦਾ। ਚੱਲ ਹੁਣ ਬਾਬਾ ਜੀ ਨਾ ਗਏ, ਜੰਗਲਾਂ ਵਿੱਚ ਚਲੇ ਗਏ, ਆਪਣੇ ਸਿਮਰਨ ਭਜਨ 'ਚ ਬਹਿ ਗਏ। 4 ਵਜੇ ਵਾਪਸ ਆ ਗਏ। ਉਧਰ ਲੰਗਰ ਚੱਲੀ ਜਾਂਦਾ। ਮਲਕ ਭਾਗੋ ਕਹਿੰਦਾ ਬਈ ਸਾਰੇ ਪਿੰਡ ਨੂੰ ਸੱਦਾ ਦਿੱਤਾ, ਕੋਈ ਰਹਿ ਤਾਂ ਨਹੀਂ ਗਿਆ। ਉਹ ਜਿਹੜਾ ਲਾਗੀ ਟੱਕਰਿਆ ਸੀ ਬਾਬੇ ਨਾਨਕ ਨੂੰ, ਉਹ ਕਹਿੰਦਾ ਜੀ ਬਾਕੀ ਤਾਂ ਸਾਰੇ ਪਿੰਡ ਵਾਲੇ ਆ ਗਏ, ਪਰ ਇੱਕ ਬੰਦਾ ਨਹੀਂ ਆਇਆ ਜਿਹਦਾ ਆਉਣਾ ਬੜਾ ਜ਼ਰੂਰੀ ਸੀਗਾ। ਕਹਿੰਦਾ ਕੌਣ? ਕਹਿੰਦੀ ਉਹ ਤਪਾ ਜਿਹੜਾ ਭਾਈ ਲਾਲੋ ਦੇ ਘਰੇ ਆਇਆ, ਕਈ ਦਿਨਾਂ ਤੋਂ, ਮਹੀਨਾ ਹੋ ਗਿਆ ਇੱਥੇ ਰਹਿ ਰਿਹਾ, 20-25 ਦਿਨ ਹੋ ਗਏ। ਅੱਛਾ, ਉਹਨੂੰ ਕਿਹਾ ਸੀਗਾ? ਮੈਂ ਕਿਹਾ ਜੀ ਆਪ। ਉਲਟਾ ਮੈਨੂੰ ਕਹਿੰਦਾ ਕੌਣ ਹੈ ਮਲਕ ਭਾਗੋ? ਮੈਂ ਤਾਂ ਜਾਣਦਾ ਹੀ ਨਹੀਂ ਉਹਨੂੰ। ਕੌਣ? ਸਤਨਾਮ। ਅੱਛਾ, ਹੰਕਾਰ ਸੀ ਨਾ। ਅੱਛਾ, ਮੈਨੂੰ ਜਾਣਦਾ ਨਹੀਂ, ਮੈਂ ਮੰਤਰੀ, ਮੈਨੂੰ ਸਾਰੀ ਦੁਨੀਆ ਜਾਣਦੀ ਆ, ਜਾਓ ਲੈ ਕੇ ਆਓ। ਉਹ 2 ਜਣੇ ਫੇਰ ਆ ਗਏ ਬਾਬੇ ਕਹਿਣ ਵਾਸਤੇ। ਬਾਬਾ ਜੀ ਘਰੇ ਬੈਠੇ ਲਾਲੋ ਦੇ। ਉਹ ਭਾਈ ਲਾਲੋ ਤਪਾ ਹੈਗਾ? ਉਹ ਕਹਿੰਦੇ ਹੈਗਾ। ਬਾਬਾ ਜੀ ਉੱਠ ਕੇ ਬਾਹਰ, ਕੀ ਗੱਲ ਹੈ ਭਾਈ? ਕਹਿੰਦੇ ਤੁਹਾਨੂੰ ਮਲਕ ਭਾਗੋ ਨੇ ਸੱਦਿਆ, ਤੁਸੀਂ ਲਾਲੋ ਦੇ ਘਰੇ 20 ਦਿਨ ਹੋ ਗਏ ਰੋਟੀ ਖਾਂਦਿਆਂ ਨੂੰ, ਤੇ ਮਲਕ ਭਾਗੋ ਨੇ ਅੱਜ ਲੰਗਰ ਲਾਇਆ ਸੀ ਤੇ ਤੂੰ ਆਈ ਨਹੀਂ। ਉਹਦੇ ਲੰਗਰ ਦੀ ਤੁਸੀਂ ਬੇਅਦਬੀ ਕੀਤੀ ਆ, ਇਸ ਕਰਕੇ ਚੱਲ ਕੇ ਲੰਗਰ ਛਕ ਉਹਦੇ ਘਰੇ। ਬਾਬਾ ਜੀ ਕਹਿੰਦੇ ਯਾਰ ਅਸੀਂ ਜਿਹੋ ਜਿਹੀ ਰੁੱਖੀ ਮਿੱਸੀ ਮਿਲ ਜਾਂਦੀ ਆ ਖਾ ਲੈਂਦੇ ਆ, ਸਾਨੂੰ ਇਹੋ ਜਿਹੇ ਸਵਾਦਾਂ ਦੀ ਲੋੜ ਨਹੀਂ। ਉਹ ਦੋਨੇ ਮੁੜ ਕੇ ਜਾ ਕੇ ਗੱਲ ਫਿਰ ਵਧਾ ਚੜਾ ਕੇ ਕੀਤੀ। ਮਲਕ ਭਾਗੋ ਕਹਿੰਦਾ 4-5 ਜਣੇ ਜਾਓ, ਜੇ ਨਾ ਆਵੇ ਤਾਂ ਫੜ ਕੇ ਲਿਆਇਓ। ਮੰਤਰੀ ਜੋ ਹੋਇਆ ਆ ਕੇ ਕਹਿੰਦੇ ਵੀ ਚੱਲ ਸਾਡੇ ਨਾਲ, ਨਹੀਂ ਤੈਨੂੰ ਫੜ ਕੇ ਲੈ ਜਾਵਾਂਗੇ। ਬਾਬਾ ਕਹਿੰਦੇ ਚਲੋ ਯਾਰ ਚੱਲਦੇ ਆ। ਕੀ ਗੱਲ ਕੀ ਹੈਗੀ ਆ? ਇੰਨੇ ਸੱਦੇ ਦੇਈ ਜਾਂਦਾ ਉਹ। ਬਾਬਾ ਜੀ ਪਹੁੰਚ ਗਏ। ਮਲਕ ਭਾਗੋ ਬੈਠਾ ਕੁਰਸੀ ਢਾਹ ਕੇ, ਲੋਕ ਸੇਵਾ ਕਰੀ ਜਾਂਦੇ ਆ, ਵਰਤਾਈ ਜਾਂਦੇ ਆ, ਲਾਂਗਰੀ ਲੰਗਰ ਵਰਤਾਈ ਜਾਂਦੇ ਆ। ਉਹ ਬੈਠਾ ਵੇਖੀ ਜਾਂਦਾ। ਮੰਤਰੀ ਜੋ ਹੋਇਆ, ਹਾਂ ਬਈ ਦੱਸ ਕਿਵੇਂ ਆ? ਕਹਿੰਦਾ ਤਪੇ ਸਾਡੇ ਬੰਦਿਆਂ ਨੂੰ ਨਿਉਂਦਾ ਦਿੱਤਾ ਲੰਗਰ ਛਕਣ ਵਾਸਤੇ, ਤੂੰ ਆਇਆ ਕਿਉਂ ਨਹੀਂ ਆਪੇ? ਬਾਬਾ ਜੀ ਕਹਿੰਦੇ ਜਿਹੋ ਜਿਹੀ ਰੁੱਖੀ ਮਿੱਸੀ ਮਿਲਦੀ ਆ ਅਸੀਂ ਖਾ ਲੈਂਦੇ ਹਾਂ, ਸਾਨੂੰ ਵਾਲੇ ਸਵਾਦਾਂ ਵਿੱਚ ਨਹੀਂ ਪਏ ਹੋਏ ਅਸੀਂ। ਨਾਲੇ ਲਿਆ ਤੂੰ ਕੀ ਬਣਾਇਆ?
ਤੇ ਗੁਰੂ ਪਿਆਰਿਓ ਲਾਂਗਰੀ ਥਾਲ ਦੇ ਵਿੱਚ ਸਾਰਾ ਕੁਛ ਪਾ ਕੇ, ਖੀਰ, ਕੜਾਹ, ਪੂਰੀਆਂ, ਦਾਲਾਂ, ਤਰਕਾਰੀਆਂ ਸਭ ਕੁਝ ਪਾ ਕੇ ਥਾਲ ਲਾ ਕੇ ਲਿਆਏ। ਬਾਬਾ ਜੀ ਉੱਥੇ ਬੈਠ ਕੇ ਥੱਲੇ ਜਿੱਥੇ ਪੱਟੀਆਂ ਪੁੱਟੀਆਂ ਵਿਛਾਈਆਂ ਸੀ, ਅਤੇ ਉੱਥੇ ਗੁਰੂ ਪਿਆਰਿਓ ਉਹਨਾਂ ਨੇ ਥਾਲ ਰੱਖਤਾ। ਅਤੇ ਬਾਬਾ ਜੀ ਥਾਲ ਦੀ ਸਕੈਨ ਕਰਦੇ ਆ। ਸਕੈਨ ਕੀ ਹੁੰਦੀ ਆ? ਐਕਸਰਾ ਵਿੱਚੋਂ ਵੇਖ ਲੈਂਦੇ ਆ ਅਗਲੇ, ਹੱਡੀਆਂ ਤੱਕ ਟੁੱਟੀ ਕਿੱਥੋਂ ਹੈ ਅਤੇ ਕਿੱਥੋਂ ਜੁੜੀ ਆ। ਕਹੋ ਸਤਨਾਮ। ਬਾਬੇ ਜੀ ਨੇ ਦਿਵਿਆ ਦ੍ਰਿਸ਼ਟੀ ਮਾਰੀ ਉਸ ਭੋਜਨ ਦੇ ਉੱਤੇ, ਅਤੇ 2 ਮਿੰਟਾਂ ਬਾਅਦ ਪਾਤਸ਼ਾਹ ਕਹਿੰਦੇ ਲੈ ਜਾ, ਮੈਂ ਨਹੀਂ ਖਾਂਦਾ ਤੇਰਾ ਭੋਜਨ। ਕਹੋ ਸਤਨਾਮ। ਕਿਉਂ? ਇਹਨੂੰ ਕੀ ਹੋ ਗਿਆ? ਕਹਿੰਦੇ ਇਹ ਤਾਂ ਖੂਨ ਹੀ ਖੂਨ ਫਿਰਦਾ। ਕਹਿੰਦੇ ਖੂਨ? ਦੇਸੀ ਘਿਓ 'ਚ ਲੰਗਰ ਬਣਿਆ, ਤੂੰ ਕਹਿਣਾ ਖੂਨ ਫਿਰਦਾ। ਖੂਨ ਕਿੱਥੋਂ ਆ ਗਿਆ ਇਹ 'ਚ? ਸਾਰਾ ਲੰਗਰ ਦੇਸੀ ਘਿਓ ਦਾ ਚਲਾਇਆ ਅੱਜ ਅਸੀਂ, ਤੜਕੇ ਤੋਂ ਲੈ ਕੇ ਆਥਣ ਤੱਕ ਚੱਲੂਗਾ। ਬਾਬਾ ਕਹਿੰਦੇ ਇਹ 'ਚ ਖੂਨ ਆ। ਉਹ ਜਿਹੜੇ ਖਾਣ ਵਾਲੇ ਲੋਕ ਸੀ ਉਹ ਇਕੱਠੇ ਹੋ ਗਏ, ਯਾਰ ਹੈ ਆਹ ਨਵੀਂ ਗੱਲ ਕਹਿਤੀ ਬਾਬੇ ਨੇ, ਖੂਨ ਹੈ 'ਚ? ਖੂਨ ਕਿੱਥੋਂ ਆ ਗਿਆ? ਅਤੇ ਮਗਰ ਹੀ ਲਾਲੋ ਵੀ ਆ ਗਿਆ ਸੀ ਵੀ ਗੱਲ ਕੀ ਆ, ਮਲਕ ਭਾਗੋ ਐਂ ਕਰੀ ਜਾਂਦਾ। ਲਾਲੋ ਮਗਰ ਖੜਾ ਹੈ। ਬਾਬਾ ਜੀ ਕਹਿੰਦੇ ਲਾਲੋ ਘਰੇ ਪ੍ਰਸ਼ਾਦਾ ਪਿਆ ਕੋਈ? ਕਹਿੰਦੇ ਜੀ ਪਿਆ ਹੋਣਾ। ਕਹਿੰਦੇ ਲੈ ਕੇ ਆ ਇੱਕ ਪ੍ਰਸ਼ਾਦਾ। ਅਤੇ ਭਾਈ ਲਾਲੋ ਘਰੋਂ ਇੱਕ ਕੋਧਰਿਆਂ ਦਾ ਪ੍ਰਸ਼ਾਦਾ ਰੋਟੀ ਲੈ ਕੇ ਪਹੁੰਚ ਗਿਆ, ਪੋਟੇ 'ਚ ਭੇਟ ਕੇ ਲੈ ਗਿਆ। ਪਾਤਸ਼ਾਹ ਉਹਦੇ ਪਹੁੰਚਣ 'ਤੇ ਫਿਰ ਕਹਿੰਦੇ ਇਹ 'ਚ ਖੂਨ ਹੈ, ਮੈਂ ਨਹੀਂ ਖਾਂਦਾ। ਜੋ 3-4 ਵਾਰੀ ਕਿਹਾ ਮੈਂ ਨਹੀਂ ਖਾਂਦਾ, ਖੂਨ ਹੈ, ਤਾਂ ਮਲਕ ਭਾਗੋ ਦੇ ਮੂੰਹ 'ਚੋਂ ਨਿਕਲਿਆ, ਕੱਢ ਕੇ ਵਿਖਾ ਕਿੱਥੇ ਆ? ਕਹਿੰਦੇ ਆ ਜਾ ਫਿਰ। ਅਤੇ ਸੱਜੇ ਹੱਥ ਵਿੱਚ ਲਾਲੋ ਦੀ ਰੋਟੀ ਫੜੀ, ਅਤੇ ਖੱਬੇ ਹੱਥ 'ਚ ਪੂਰੀਆਂ ਫੜ ਕੇ ਜਦੋਂ ਨਿਚੋੜੀਆਂ, ਅਤੇ ਇੱਧਰੋਂ ਦੁੱਧ ਡਿੱਗੇ ਅਤੇ ਇੱਧਰੋਂ ਖੂਨ ਦੇ ਤਬਕੇ ਡਿੱਗੇ। ਸਾਰੇ ਖਾਣ ਵਾਲੇ ਉਲਟੀਆਂ ਕਰਦੇ ਫਿਰ, ਉਹ ਖੂਨ ਸੀ ਇਹਦੇ ਵਿੱਚ ਤਾਂ। ਉਹ ਕਹਿੰਦਾ ਖੂਨ ਕਿੱਥੋਂ ਆ ਗਿਆ? ਤੂੰ ਕੋਈ ਮੰਤਰ ਮਾਰਿਆ? ਕਹਿੰਦਾ ਮੈਂ ਮੰਤਰ ਨਹੀਂ ਮਾਰਿਆ, ਇਹ ਲੰਗਰ ਬਣਾਉਣ ਵਾਲੀ ਮਾਇਆ ਕਿੱਥੋਂ ਆਈ ਆ? ਕਹਿੰਦੇ ਮਾਇਆ ਕਿੱਥੋਂ ਆਈ ਆ? ਜਿੱਥੋਂ ਆਉਂਦੀ ਉੱਥੇ ਹੀ ਆਈ ਆ। ਨਹੀਂ, ਕਹਿੰਦੇ ਇਹ ਮਾਇਆ ਜਿਹੜੀ ਹੈ ਤੂੰ 2 ਨੰਬਰ ਦੀ ਮਾਇਆ ਨੂੰ 1 ਨੰਬਰ ਦੀ ਕਰਨਾ ਚਾਹੁੰਦਾ। ਸਾਲ ਬਾਅਦ ਇੱਕ ਵਾਰੀ ਦੇਸੀ ਘਿਓ ਦੀਆਂ ਜਲੇਬੀਆਂ ਚਲਾ ਕੇ, ਦੇਸੀ ਘਿਓ ਦਾ ਲੰਗਰ ਚਲਾ ਕੇ। ਕਹੋ ਸਤਨਾਮ। ਐ ਨਹੀਂ ਕਾਲਾ ਧਨ ਚਿੱਟਾ ਹੁੰਦਾ। ਪਾਤਸ਼ਾਹ ਪੂਰੀਆਂ ਨੂੰ ਕੰਨ ਨਾਲ ਲਾ ਕੇ ਕਹਿੰਦੇ ਮੈਨੂੰ ਤਾਂ ਇਹਨਾਂ ਵਿੱਚੋਂ ਗਰੀਬਾਂ ਦੀਆਂ ਚੀਕਾਂ ਵੀ ਸੁਣਦੀਆਂ। ਕਹੋ ਆ ਤੇਲ ਮਹਿੰਗਾ ਹੋ ਗਿਆ ਸੀ ਨਾ, ਨਾਲੇ ਤੇਲ ਪਵਾਉਂਦੇ ਸੀ ਨਾਲੇ ਚੀਕਾਂ ਮਾਰਦੇ ਸੀ ਆਪਾਂ। ਕਹੋ ਸਤਨਾਮ। ਕਹਿੰਦੇ ਹੋਵੋਗੇ ਨਾ ਉੱਥੇ ਜਾ ਕੇ ਪੰਪ 'ਤੇ ਵੀ ਯਾਰ ਬਹੁਤ ਮਹਿੰਗਾ ਹੋ ਗਿਆ, ਕੀ ਕਰੀਏ, ਸਰਦਾ ਵੀ ਨਹੀਂ, ਪਵਾਉਣਾ ਵੀ ਪੈਂਦਾ। ਤਾਂ ਪਾਤਸ਼ਾਹ ਕਹਿੰਦੇ ਮੈਨੂੰ ਗਰੀਬ ਲੋਕਾਂ ਦੀਆਂ ਚੀਕਾਂ ਸੁਣਦੀਆਂ 'ਚੋਂ। ਤੂੰ ਲੋਕਾਂ ਦੇ ਟੈਕਸ ਲਾ ਕੇ ਮਹਿੰਗਾਈ ਵਧਾ ਕਰਕੇ ਜਿਹੜਾ ਲੋਕਾਂ ਨੂੰ ਲੁੱਟ ਲੁੱਟ ਕੇ ਪੈਸਾ ਇਕੱਠਾ ਕੀਤਾ ਹੈ ਨਾ, ਅਰਬਾਂ ਖਰਬਾਂ ਕਰੋੜਾਂ ਰੁਪਈਆ, ਉਹ 'ਚੋਂ ਸਾਲ ਬਾਅਦ ਇੱਕ ਲੰਗਰ ਲਾਤਾ ਦੇਸੀ ਘਿਓ ਦਾ, ਅਤੇ ਲੋਕ ਕਹਿੰਦੇ ਆ ਵਾਹ ਵਾਹ ਮਲਕ ਭਾਗੋ ਬੜਾ ਚੰਗਾ ਬਈ, ਆਹ ਗਰਾਂਟ ਦੇਤੀ। ਇੱਕ ਅੱਧੀ ਗਰਾਂਟ ਦੇ ਕੇ ਨਾ ਲੋਕਾਂ ਨੂੰ ਖੁਸ਼ ਕਰ ਦਿੰਦੇ ਆ, ਮੁੜ ਕੇ ਫਿਰ 5 ਸਾਲ ਲੁੱਟਦੇ ਆ। ਕਹੋ ਸਤਨਾਮ ਸ੍ਰੀ। ਬਾਬਾ ਜੀ ਕਹਿੰਦੇ ਇਹ ਜਿਹੜਾ ਖੂਨ ਮੈਂ ਤੈਨੂੰ ਦਿਖਾਇਆ ਨਾ, ਇਹ ਗਰੀਬਾਂ ਦਾ ਖੂਨ ਚੂਸਿਆ ਹੋਇਆ ਤੇਰੇ ਲੰਗਰ ਦੇ ਵਿੱਚ ਹੈ। ਇਸ ਕਰਕੇ ਜਿਹੜੇ ਤੇਰੇ ਲੰਗਰ ਨੂੰ ਖਾਣਗੇ ਉਹਨਾਂ ਦੀ ਨਾ ਤਪੱਸਿਆ ਹੋਵੇ ਨਾ ਭਜਨ ਹੋਵੇ, ਉਹਨਾਂ ਦੀ ਬੰਦਗੀ ਖਤਮ ਹੋਣੀ, ਧਿਆਨ ਨਹੀਂ ਜੁੜਨਾ ਮੁੜ ਕੇ। ਮਲਕ ਭਾਗੋ ਕੁਛ ਨਹੀਂ ਕਹਿ ਸਕਿਆ, ਪਰ ਦਿਲ ਦੇ ਵਿੱਚ ਘਰੋੜ ਰੱਖ ਗਿਆ। ਸੱਪ ਵਾਂਗੂ ਜ਼ਹਿਰ ਘੋਲਦਾ ਹੈ ਬਈ ਸਾਧ ਨੇ ਮੇਰੀ ਬੇਇੱਜ਼ਤੀ ਕਰਤੀ। ਕਹੋ ਸਤਨਾਮ। ਸਾਧਾਂ ਦਾ ਕੰਮ ਹੀ ਸੱਚ ਕਹਿਣਾ ਹੈ। ਸਮਾਂ ਆਇਆ ਤੇ ਇਹਦਾ ਰਾਜੇ ਦਾ ਪੁੱਤਰ ਬਿਮਾਰ ਸੀਗਾ, ਕਈ ਸਾਲਾਂ ਤੋਂ ਬਿਮਾਰ ਪਿਆ ਸੀ, ਠੀਕ ਨਹੀਂ ਹੋ ਰਿਹਾ ਸੀ। ਬੜੇ ਬਹਿਣ ਬਿਹਾਏ। ਇੱਕ ਦਿਨ ਮਲਕ ਭਾਗੋ ਨੂੰ ਕਹਿੰਦਾ ਯਾਰ ਮਲਕ ਕੋਈ ਇੰਤਜ਼ਾਮ ਕਰ ਯਾਰ, ਮੇਰਾ ਤਾਂ ਮੁੰਡਾ ਠੀਕ ਨਹੀਂ ਹੋ ਰਿਹਾ, ਮੰਜੇ 'ਚ ਲੰਮਾ ਪਿਆ ਹੈਗਾ, ਸਾਲ ਭਰ ਹੋ ਗਿਆ। ਮਲਕ ਭਾਗੋ ਦੇ ਦਿਮਾਗ 'ਚ ਆਇਆ ਅਤੇ ਧਿਆਨ ਗਿਆ ਅਤੇ ਸੂਈ ਗੱਜੀ ਬਾਬੇ ਨਾਨਕ ਦੇ। ਬਾਬਾ ਜੀ ਉੱਥੇ ਹੀ ਸੀਗੇ। ਉਹ ਕਹਿਣ ਲੱਗਿਆ ਜੀ ਕਿਸੇ ਸਾਧ ਨੂੰ ਫੜੋ, ਕਿਸੇ ਤਪੇ ਨੂੰ ਫੜੋ, ਠੀਕ ਕਰ ਸਕਦਾ, ਕਈ ਵਾਰੀ ਕਰਮ ਰੋਗ ਹੁੰਦਾ। ਕਹਿੰਦਾ ਯਾਰ ਬਥੇਰੇ ਸਾਧਾਂ ਕੋਲੇ ਜਾ ਕੇ ਦੇਖ ਲਿਆ, ਤਪਿਆਂ ਕੋਲੇ ਜਾ ਕੇ ਦੇਖ ਲਿਆ, ਕਬਰਾਂ ਦੇ ਉੱਤੇ ਚਾਦਰਾਂ ਚੜ੍ਹਾਤੀਆਂ, ਮੁਸਲਮਾਨ ਸੀ ਉਹ ਪਠਾਨ। ਉਹ ਕਹਿੰਦਾ ਜੀ ਮੈਂ ਦੱਸਾਂ ਇੱਕ ਤਪਾ ਮੇਰੀ ਨਿਗਾਹ 'ਚ, ਉਹਦੇ ਕੋਲੇ ਜਾਓ ਜਾਂ ਉਹਨੂੰ ਬੁਲਾ ਲਓ। ਕਹਿੰਦੇ ਉਹ ਕੌਣ ਆ? ਕਹਿੰਦਾ ਜਿਹੜਾ ਲਾਲੋ ਦੇ ਘਰੇ ਇੱਕ ਤਪਾ ਰਹਿੰਦਾ ਨਾ, ਨਾਨਕ। ਆਹੋ। ਕਹਿੰਦੇ ਉਹਨੂੰ ਸੱਦੋ, ਉਹਦੇ ਵਿੱਚ ਬੜੀ ਤਾਕਤ ਆ, ਉਹ ਠੀਕ ਕਰ ਸਕਦਾ ਹੈ, ਅਤੇ ਮੈਨੂੰ ਪੱਕਾ ਪਤਾ ਵੀ ਉਹਨੇ ਜਵਾਬ ਦੇ ਦੇਣਾ ਤੁਹਾਨੂੰ।
ਉਹ ਹੈ ਹੀ ਇਹੋ ਜਿਹਾ। ਅਤੇ ਜੇ ਉਹਨੇ ਜਵਾਬ ਦਿੱਤਾ ਤੁਸੀਂ ਉਹਨੂੰ ਅੰਦਰ ਕਰ ਦਿਓ। ਕਿਹੜ ਤਾਂ ਆਪਦੀ ਕੱਢਣੀ ਸੀਗੀ ਅਤੇ ਬਹਾਨਾ ਇਹ ਬਣਾ ਲਿਆ। ਅਤੇ ਜਿਹੋ ਜਿਹਾ ਇਹਨੇ ਕਿਹਾ ਸੀ ਉਹੋ ਜਿਹਾ ਉਹਨੇ ਪਠਾਨ ਰਾਜੇ ਨੇ ਬੰਦੇ ਭੇਜਤੇ, ਜਾਓ ਬਈ ਤਪੇ ਨੂੰ ਸੱਦ ਕੇ ਲਿਆਓ ਲਾਲੋ ਦੇ ਘਰੋਂ। ਅਤੇ ਤਪੇ ਨੂੰ ਸੱਦਣ ਵਾਸਤੇ ਗਏ। ਕਹਿੰਦੇ ਜਾ ਤਪਿਆ, ਤੈਨੂੰ ਆਪਣਾ ਰਾਜਾ ਸੱਦਦਾ। ਕਿਉਂ, ਕੀ ਹੋ ਗਿਆ? ਉਹ ਕਹਿੰਦੇ ਉਹਦਾ ਮੁੰਡਾ ਬਿਮਾਰ ਹੈ ਅਤੇ ਤੂੰ ਉਹਨੂੰ ਠੀਕ ਕਰ ਦੇ। ਪਾਤਸ਼ਾਹ ਕਹਿੰਦੇ ਚਲੋ। ਪਠਾਨ ਦੇ ਕੋਲ ਪਹੁੰਚੇ। ਹਾਂ ਬਈ ਦੱਸ ਰਾਜੇ ਆ। ਕਹਿੰਦਾ ਤਪਿਆ ਬੋਲਣ ਦਾ ਢੰਗ, ਕਿਉਂਕਿ ਜਿਹੋ ਜਿਹਾ ਸਿਖਾਇਆ ਜੈਸੀ ਸੰਗਤ ਵੈਸੀ ਰੰਗਤ, ਮਲਕ ਭਾਗੋ ਨੇ ਇਹੀ ਸਿਖਾਇਆ ਸੀਗਾ ਬਈ ਉਹਨੇ ਜਵਾਬ ਦੇ ਦੇਣਾ ਅਤੇ ਤੂੰ ਉਹਨੂੰ ਅੰਦਰ ਕਰ ਦੀ। ਰਾਜਾ ਕਹਿੰਦਾ ਉਹ ਤਪੇ, ਹਾਂ ਦੱਸ ਮੇਰਾ ਮੁੰਡਾ ਬਿਮਾਰ ਪਿਆ, ਉਹਨੂੰ ਠੀਕ ਕਰ ਦੇ। ਜੇ ਨਾ ਠੀਕ ਕੀਤਾ ਮੈਂ ਤੈਨੂੰ ਅੰਦਰ ਕਰ ਦੂੰਗਾ, ਰੋਟੀ ਪਾਣੀ ਤੇਰਾ ਬੰਦ। ਬਾਬਾ ਜੀ ਕਹਿੰਦੇ ਉਹ ਰਾਜੇ ਆ, ਉਹ ਜਿਹੜੇ ਪੁੱਤਰ ਦੇ ਮੂੰਹ ਵਿੱਚ ਇੰਨਾ ਰੌਲਾ ਪਾਉਣਾ, ਪਤਾ ਮੰਗਾ ਜਿਉਂਦਾ ਵੀ ਹੈ ਕਿ ਮਰ ਗਿਆ। ਰਾਜੇ ਨੇ ਇੱਕ ਬੰਦਾ ਭੇਜਿਆ ਘਰ ਬੰਨੀ, ਮਹਿਲਾਂ ਕਰਨੀ ਪਤਾ ਕਰੋ। ਉਧਰੋਂ ਇੱਕ ਬੰਦਾ ਭੱਜਿਆ ਆਉਂਦਾ, ਦੋਨੇ ਇਕੱਠੇ ਹੋ ਗਏ ਰਾਹ 'ਚ। ਕਿਵੇਂ ਆ, ਕੀ ਹਾਲ ਆ? ਕਹਿੰਦਾ ਕੋਈ ਹਾਲ ਨਹੀਂ, ਹੁਣੇ ਹੁਣੇ ਮੁੰਡਾ ਮਰ ਗਿਆ। ਕਹੋ ਸਤਨਾਮ, ਰਾਜਕੁਮਾਰ ਮਰ ਗਿਆ। ਦੋਨੇ ਉੱਥੋਂ ਹੀ ਵਾਪਸ ਆ ਗਏ। ਰਾਜਾ ਕਹਿੰਦਾ ਕੀ ਗੱਲ ਆ? ਕਹਿੰਦਾ ਜੀ ਹੁਣੇ ਹੁਣੇ ਮਰ ਗਿਆ। ਕਦੋਂ ਮਰ ਗਿਆ? ਜਦੋਂ ਬਾਬੇ ਨਾਨਕ ਨੇ ਬਚਨ ਕਰਤਾ ਜਿਉਂਦਾ ਵੀ ਹੈ ਕਿ ਮਰ ਗਿਆ। ਕਹੋ ਸਤਨਾਮ, ਉਹ ਨਹੀਂ ਮਰ ਗਿਆ। ਇਹ ਸਤਿਗੁਰ ਚਾਹੇ ਤਾਂ ਜੀਵਨ ਦਾਨ ਦੇ ਸਕਦੇ ਆ, ਪਰ ਸਾਨੂੰ ਗੁਰੂ ਤੋਂ ਕੰਮ ਲੈਣਾ ਨਹੀਂ ਆਉਂਦਾ। ਅਸੀਂ ਹੰਕਾਰ ਨਾਲ ਕੰਮ ਭਾਲਦੇ ਹਾਂ, ਗੁਰੂ ਨਿਮਰਤਾ ਨਾਲ ਕਰਦਾ। ਕਹੋ ਸਤਨਾਮ ਸੀ। ਗਰੀਬਾਂ ਦਾ ਕਰਦਾ, ਨਿਮਾਣਿਆਂ ਦਾ ਕਰਦਾ। ਇਸ ਕਰਕੇ ਕੀ ਪੜ੍ਹ ਰਹੇ ਸੀ ਆਪਾਂ ਸ਼ਬਦ, ਹਉਮੈ ਬਾਧਾ ਗੁਰਮੁਖ ਛੂਟਾ। ਇਹ ਦੁਨੀਆ ਹੰਕਾਰ ਦੇ ਵਿੱਚ ਕੰਮ ਕਰਦੀ ਹੈ। ਇੱਕ ਪਾਸੇ ਲਾਲੋ ਹੈ, ਗੁਰਮੁਖ ਬਣ ਚੁੱਕੇ ਹੈ, ਉਹਦਾ ਹੰਕਾਰ ਖਤਮ ਹੈ। ਇੱਕ ਪਾਸੇ ਮਲਕ ਭਾਗੋ ਦੀ ਆਪਾਂ ਸਾਖੀ ਸਰਵਣ ਕੀਤੀ, ਉਹ ਹੰਕਾਰ ਦੇ ਵਿੱਚ ਬੰਨ੍ਹਿਆ ਹੋਇਆ ਹੈ। ਗੁਰਮੁਖ ਆਵਣ ਜਾਵਣ ਟੂਟਾ। ਗੁਰੂ ਦੇ ਕੋਲੋਂ ਪੁੱਛ ਕੇ ਸਾਡਾ ਆਉਣਾ ਜਾਣਾ ਜੰਮਣਾ ਮਰਨਾ ਖਤਮ ਹੋ ਸਕਦਾ। ਖੈਰ ਇਹ ਵਿਚਾਰਾ ਆਪਾਂ ਇੱਥੇ ਰੋਕਦੇ ਹਾਂ। 2 ਪਦੇ ਬਾਕੀ ਹਨ, ਰਹਿੰਦੇ ਸਵਾਲਾਂ ਦੇ ਜਵਾਬ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਿਚਾਰਾ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।